ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 37 ਤੇ ਹੇਠੋਂ 6ਵੀਂ ਪੰਕਤੀ ਹੈ। ਹੇਠੋਂ 6ਵੀਂ ਪੰਕਤੀ ਹੈ 2 ਨੰਬਰ ਤੋਂ ਬਾਅਦ। ਗੁਰਮਤਿ ਸੱਚ ਸਲਾਹਣਾ, ਜਿਸ ਦਾ ਅੰਤ ਨਾ ਪਾਰਾਵਾਰ। ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਗੁਰ ਸ਼ਬਦੀ ਸਲਾਹੀਐ, ਹਉਮੈ ਵਿੱਚੋਂ ਖੋਏ। ਵਿੱਚੋਂ ਆਹਤ ਟਿੱਪੀ, ਹਉਮੈ ਵਿੱਚੋਂ ਖੋਏ। ਸਾ ਤਨ ਨਾਮੈ ਬਾਹਰੀ, ਅਵਗਣਵੰਤੀ ਰੋਏ। ਗੁਰਮਤਿ, ਗੁਰੂ ਦੀ ਮੱਤ 'ਤੇ ਚੱਲ ਕੇ, ਗੁਰੂ ਦੀ ਮੱਤ ਅਨੁਸਾਰ। ਆ ਸਾਰੀ ਗੁਰਬਾਣੀ ਗੁਰੂ ਦੀ ਮੱਤ ਹੈ। ਗੁਰਮਤਿ ਸੱਚ ਸਲਾਹਣਾ, ਜਿਸ ਦਾ ਅੰਤ ਨਾ ਪਾਰਾਵਾਰ। ਉਹ ਪਰਮਾਤਮਾ ਜਿਹਦਾ ਨਾ ਕੋਈ ਅੰਤ ਹੈ। ਪਾਰਾਵਾਰ ਦਾ ਮਤਲਬ ਨਾ ਕੋਈ ਉਰਲਾ ਬੰਨਾ ਹੈ, ਨਾ ਕੋਈ ਪਰਲਾ ਬੰਨਾ ਹੈ, ਭਾਵ ਜੋ ਬੇਅੰਤ ਹੈ। ਉਹ ਪਰਮਾਤਮਾ ਜੋ ਬੇਅੰਤ ਹੈ, ਉਸ ਦੀ ਸਿਫਤ ਸਲਾਹ ਗੁਰੂ ਦੀ ਮੱਤ 'ਤੇ ਚੱਲ ਕੇ ਕਰਨੀ ਚਾਹੀਦੀ ਹੈ। ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ, ਉਵੇਂ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਘਟ ਸਰੀਰ ਨੂੰ ਕਹਿੰਦੇ ਨੇ, ਘਟ ਘੜੇ ਨੂੰ ਵੀ ਕਹਿੰਦੇ ਨੇ, ਘਟ ਥੋੜ੍ਹੇ ਨੂੰ ਵੀ ਕਹਿੰਦੇ ਨੇ। ਇੱਥੇ ਹੈ ਹਰ ਇੱਕ ਸਰੀਰ ਵਿੱਚ। ਘਟ ਘਟ ਆਪੇ ਹੁਕਮ ਵਸੈ। ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਆਪਣੇ ਹੁਕਮ ਅਨੁਸਾਰ ਵਸ ਰਿਹਾ ਹੈ। ਹੁਕਮੇ ਕਰੇ ਵਿਚਾਰ, ਅਤੇ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਦੀ ਵਿਚਾਰ ਕਰਦਾ, ਉਹਦੇ ਕਰਮਾਂ ਦੇ ਕਰਮਾਂ ਦੀ ਵਿਚਾਰ ਕਰਦਾ। ਗੁਰ ਸ਼ਬਦੀ ਸਲਾਹੀਐ, ਹਉਮੈ ਵਿੱਚੋਂ ਖੋਏ। ਗੁਰੂ ਦੇ ਸ਼ਬਦ ਅਨੁਸਾਰ, ਭਾਵ ਗੁਰਮੰਤਰ ਰਾਹੀਂ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ। ਗੁਰ ਸ਼ਬਦੀ, ਗੁਰੂ ਦਾ ਸ਼ਬਦ ਹੈ ਗੁਰਮੰਤਰ। ਗੁਰਮੰਤਰ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਭਾਵ ਵਾਹਿਗੁਰੂ 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 ਵਾਹਿਗੁਰੂ। ਕੋਈ ਕਿਸੇ ਵੀ ਧਰਮ ਦਾ ਹੈ, ਜਿਹੜਾ ਵੀ ਕੋਈ ਗੁਰੂ ਵਾਲਾ ਹੈ, ਉਸਦੇ ਗੁਰੂ ਨੇ ਜੋ ਉਸ ਨੂੰ ਗੁਰਮੰਤਰ ਦਿੱਤਾ ਹੈ, ਉਹਦੇ ਅਨੁਸਾਰ ਉਹਨੇ ਸਿਫਤ ਸਲਾਹ ਕਰਨੀ ਹੈ। ਫਿਰ ਕੀ ਹੁੰਦਾ ਹੈ? ਹਉਮੈ ਵਿੱਚੋਂ ਖੋਏ। ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ। ਜਿੱਥੇ ਹਉਮੈ ਹੋਏਗੀ, ਉੱਥੇ ਪਰਮਾਤਮਾ ਨਹੀਂ ਵਸਦਾ। ਜਿੱਥੇ ਹਉਮੈ ਨਹੀਂ ਹੋਵੇਗੀ, ਉੱਥੇ ਪਰਮਾਤਮਾ ਵਸਦਾ। ਕਿਉਂਕਿ ਬਾਣੀ ਕਹਿੰਦੀ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨ ਵਸੈ ਇਕ ਠਾਏ। ਹਉਮੈ ਦੇ ਨਾਮ ਇੱਕੋ ਥਾਂ 'ਤੇ ਨਹੀਂ ਵਸ ਸਕਦੇ। ਸੋ ਨਾਮ ਨੇ ਹੀ ਅੰਦਰੋਂ ਹਉਮੈ ਖਤਮ ਕਰਨੀ ਹੈ। ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਜਦੋਂ ਅੰਦਰੋਂ ਹਉਮੈ ਖਤਮ ਹੋ ਗਈ, ਪਰਮਾਤਮਾ ਨੇ ਆਪੇ ਹੀ ਪ੍ਰਗਟ ਹੋ ਜਾਣਾ ਹੈ। ਸਾ ਧਨ ਨਾਮੈ ਬਾਹਰੀ। ਧਨ ਇਸਤਰੀ ਨੂੰ ਕਹਿੰਦੇ ਨੇ। ਉਹ ਇਸਤਰੀ ਜਿਹੜੀ ਨਾਮ ਨਹੀਂ ਜਪਦੀ। ਨਾਮੈ ਬਾਹਰੀ। ਹੁਣ ਤੇ ਨਾਮ ਹੁੰਦਾ ਨੰਨੇ ਨੂੰ ਕੰਨਾ ਬਿੰਦੀ, ਪਰ ਹੁਣ ਜਿਹੜਾ ਬਿੰਦੀ ਨੰਨੇ ਨੂੰ ਕੰਨੇ ਨਾਲ ਜੇ ਬਿੰਦੀ ਹੈ, ਉਹ ਵਾਵਨ ਦਲਾਵਾਂ ਦੇ ਨਾਲ ਜਾ ਕੇ ਬੋਲੀ ਜਾਏਗੀ। ਨਾਮੈ, ਨਾਮੈ ਬਾਹਰੀ। ਬਾਹਰੀ ਹੁੰਦਾ ਬਿਨਾਂ।
ਜਿਹੜੀ ਜੀਵ ਇਸਤਰੀ ਨਾਮ ਤੋਂ ਬਿਨਾਂ ਹੈ, ਭਾਵ ਨਾਮ ਨਹੀਂ ਜਪਦੀ, ਅਵਗਣਵੰਤੀ ਰੋਏ, ਉਹ ਚੌਗਣ ਹੁੰਦੇ ਨੇ, ਉਹ ਤਾਂ ਹੀ ਨਹੀਂ ਨਾਮ ਜਪਦੀ। ਨਾਮ ਜਪ ਕੇ ਔਗਣ ਦੂਰ ਹੋਣੇ ਸਨ, ਉਹ ਨਾਮ ਜਪਦੀ ਨਹੀਂ, ਉਹ ਅਵਗਣਵੰਤੀ ਹੈ, ਇਸ ਲਈ ਰੋਂਦੀ ਹੈ, ਭਾਵ ਦੁਖੀ ਹੁੰਦੀ ਹੈ। ਸਾਡੇ ਔਗਣ ਹੀ ਸਾਡੇ ਦੁੱਖ ਦਾ ਕਾਰਨ ਹੈ ਨਾ। ਮਨੁੱਖ ਦੇ ਜਿਹੜੇ ਔਗਣ ਨੇ ਉਹੀ ਉਸਦੇ ਦੁੱਖ ਦਾ ਕਾਰਨ ਬਣਦੇ ਹਨ। ਚੋਰੀ ਕਰਨਾ ਔਗਣ ਹੈ, ਮਨੁੱਖ ਚੋਰੀ ਕਰਦੇ ਕਦੇ ਫੜਿਆ ਜਾਂਦਾ ਹੈ, ਫਿਰ ਨਾਲੇ ਕੁੱਟ ਖਾਂਦਾ ਹੈ, ਨਾਲੇ ਪੁਲਿਸ ਵਾਲੇ ਨੂੰ ਪੈਸੇ ਦਿੰਦਾ ਹੈ, ਫਿਰ ਵਕੀਲ ਕਰਦਾ ਹੈ, ਖੁਆਰ ਹੁੰਦਾ ਹੈ। ਸੋ ਸਾਡੇ ਜਿਹੜੇ ਔਗਣ ਨੇ ਇਹੀ ਸਾਡੇ ਲਈ ਦੁੱਖ ਦਾ ਕਾਰਨ ਬਣ ਜਾਂਦੇ ਹਨ। ਉਹ ਅਵਗਣਵੰਤੀ ਹੈ, ਇਸ ਲਈ ਰੋਂਦੀ ਹੈ, ਭਾਵ ਦੁਖੀ ਹੁੰਦੀ। ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਇ ਤ੍ਰਿਪਤ ਹੋਏ। ਗੁਣ ਵਿਚਾਰੀ ਗੁਣ ਸੰਗਰਾਂ, ਅਵਗੁਣ ਕੱਢਾਂ ਧੋਏ। ਆਪੇ ਮੇਲ ਮਿਲਾਇਂਦਾ, ਫਿਰ ਵੇ ਛੋੜਾ ਨਾ ਹੋਏ। ਨਾਨਕ ਗੁਰ ਸਲਾਹੀ ਆਪਣਾ, ਜਿੱਦੂ। ਦੱਦੇ ਦੀ ਟਿੱਪੀ ਬੋਲਣੀ ਹੈ, ਕਹਿ ਰਹੇ ਜੱਜੇ ਦੀ ਨਹੀਂ ਬੋਲਦੇ। ਨਹੀਂ, ਜੇ ਜੱਜੇ ਦੀ ਟਿੱਪੀ ਬੋਲਦੇ ਹੋ ਜਿੰਦੂ, ਜਿੰਦੂ ਬਣੇ ਜਿੰਦ। ਜਿੱਦੂ ਜਿਸ ਤੋਂ, ਜਿੱਦੂ ਦੱਦੇ ਦੀ ਟਿੱਪੀ ਬੋਲਣੀ। ਜਿੱਦੂ ਪਾਈ ਪ੍ਰਭ ਸੋਏ। ਇਹ ਆਪਣੇ ਵੱਲੋਂ ਹੈ, ਇਸ 'ਚ ਮੈਂ ਦੀ ਭਾਵਨਾ ਹੈ। ਭਾਵੇਂ ਇਸ 'ਚ ਮੈਂ ਨਹੀਂ ਲੱਗਾ, ਪਰ ਇਹ 'ਚ ਮੈਂ ਦੀ ਭਾਵਨਾ ਹੈ। ਜਦੋਂ ਕਿਸੇ ਸ਼ਬਦ 'ਚ ਮੈਂ ਲੱਗਾ ਹੋਵੇ, ਹੋਂ ਲੱਗਾ ਹੋਵੇ, ਜਾਂ ਮੈਂ ਦੀ ਭਾਵਨਾ ਹੋਵੇ, ਤਾਂ ਜਿਹੜੀਆਂ ਕਿਰਿਆਵਾਂ ਹਨ ਉਹ ਨੱਕ ਰਾਹੀਂ ਬੋਲੀਆਂ ਜਾਂਦੀਆਂ ਹਨ। ਜਿਵੇਂ ਸੱਚ ਸਲਾਹੀ, ਇਹ ਸਲਾਹੀ ਜਿਹੜਾ ਸ਼ਬਦ ਹੈ ਇਹ ਕਿਰਿਆ ਹੈ, ਇਸ ਲਈ ਨੱਕ ਰਾਹੀਂ ਬੋਲਣਾ ਸਲਾਹੀ। ਲੱਗਾ ਨੂੰ ਵੀ ਕਿਰਿਆ, ਨੱਕ ਰਾਹੀਂ ਲੱਗਾ, ਇਸ ਤਰ੍ਹਾਂ। ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਇ ਤ੍ਰਿਪਤ ਹੋਏ। ਮੈਂ ਸੱਚ ਪਰਮਾਤਮਾ ਨੂੰ ਸਲਾਹੁੰਦਾ ਹਾਂ, ਸੱਚ ਲੱਗਾ, ਮੈਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹਾਂ। ਮੈਂ ਪਰਮਾਤਮਾ ਦੇ ਨਾਲ ਜੁੜਾਂ, ਉਹਦੇ ਨਾਮ ਨਾਲ ਜੁੜਾਂ। ਸੱਚੈ ਨਾਇ ਤ੍ਰਿਪਤ ਹੋਏ, ਕਿਉਂਕਿ ਸੱਚੇ ਨਾਮ ਦੇ ਰਾਹੀਂ ਮੈਨੂੰ ਤ੍ਰਿਪਤੀ ਹੋਏਗੀ। ਨਾਮ ਨਾਲ ਹੀ ਮੈਂ ਰੱਜਾਂਗਾ, ਨਹੀਂ ਤੇ ਮਨ ਭੁੱਖਾ ਰਹਿੰਦਾ ਹੈ। ਸਰੀਰ ਪਦਾਰਥਾਂ ਨਾਲ ਰਜਦਾ ਹੈ, ਮਨ ਨਾਮ ਨਾਲ ਰਜਦਾ ਹੈ। ਮਨੁੱਖ ਨੂੰ ਨਾ ਗਿਆਨ ਹੋਣ ਕਾਰਨ ਉਹਨੂੰ ਸਮਝ ਹੀ ਨਹੀਂ ਆਉਂਦੀ। ਉਹ ਸਮਝਦਾ ਪਦਾਰਥਾਂ ਨਾਲ ਮਨ ਰੱਜੇਗਾ। ਜਿੰਨੇ ਮਰਜ਼ੀ ਪਦਾਰਥ ਘਰ 'ਚ ਇਕੱਠੇ ਕਰ ਲਓ, ਮੇਜ਼ ਕੁਰਸੀਆਂ, ਬੜਾ ਸਮਾਨ ਇਕੱਠਾ ਕਰ ਲਓ, ਮਨ ਨਹੀਂ ਰੱਜੇਗਾ। ਕਿਉਂਕਿ ਪਦਾਰਥ ਮਨ ਦੀ ਖੁਰਾਕ ਹੀ ਨਹੀਂ। ਪਦਾਰਥ ਮਨ ਦੀ ਖੁਰਾਕ ਹੀ ਨਹੀਂ। ਖੁਰਾਕ ਤਾਂ ਸਰੀਰਾਂ ਲਈ ਹੁੰਦੀ ਹੈ, ਕਿਉਂਕਿ ਉਹ ਤਾਂ ਦਿਸਦੇ ਨੇ, ਸਥੂਲ ਨੇ। ਮਨ ਸੂਖਮ ਹੈ। ਮਨ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਨਾਲ ਮਨ ਰੱਜੇਗਾ, ਸਰੀਰ ਰੋਟੀ ਪਾਣੀ ਨਾਲ ਰੱਜੇਗਾ। ਬਸ ਜਦੋਂ ਗੱਲ ਸਮਝ ਆ ਗਈ, ਜਦੋਂ ਦੋਨੋਂ ਰੱਜੇ ਹੋਣਗੇ, ਫਿਰ ਬੰਦਾ ਸੰਤੁਸ਼ਟ ਹੋਏਗਾ। ਇੱਕ ਰੱਜਿਆ ਹੋਇਆ, ਇੱਕ ਭੁੱਖਾ ਨਹੀਂ ਗੱਲ ਬਣੇਗੀ। ਜਿਵੇਂ ਐਂ ਸਮਝੋ ਤੁਹਾਡੇ ਦੋ ਪੁੱਤਰ ਨੇ, ਇੱਕ ਨੂੰ ਤੁਸੀਂ ਰਜਾਤ ਹੈ, ਇੱਕ ਨੂੰ ਭੁੱਖਾ ਰੱਖਿਆ, ਉਹ ਰੌਲਾ ਪਾਈ ਜਾਏਗਾ, ਉਹ ਤੁਹਾਨੂੰ ਟਿਕਣ ਨਹੀਂ ਦੇਗਾ। ਸਾਨੂੰ ਪਤਾ ਹੀ ਨਹੀਂ, ਆਮ ਲੋਕਾਂ ਨੂੰ, ਕਿ ਮਨ ਕਾਹਦੇ ਨਾਲ ਰਜਦਾ। ਲੋਕ ਸਮਝੇ ਮਾਇਆ ਨਾਲ ਰੱਜ ਜਾਏਗਾ, ਵੱਡੀ ਕੋਠੀ ਨਾਲ ਰੱਜ ਜਾਏਗਾ,
ਕਾਰਾਂ ਨਾਲ ਰੱਜ ਜਾਏਗਾ, ਵਧੀਆ ਕੱਪੜੇ ਨਾਲ ਰੱਜੇਗਾ, ਨਹੀਂ ਰੱਜਦਾ। ਉਹਦੀ ਖੁਰਾਕ ਹੀ ਨਹੀਂ, ਉਹਦੀ ਤਾਂ ਖੁਰਾਕ ਨਹੀਂ, ਤਾਂ ਸਰੀਰ ਦੀਆਂ ਲੋੜਾਂ ਨੇ। ਉਹਦੀ ਖੁਰਾਕ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਨਾਲ ਮਨ ਰੱਜੇਗਾ ਅਤੇ ਸੰਸਾਰਕ ਪਦਾਰਥਾਂ ਨਾਲ ਸਰੀਰ ਰੱਜੇਗਾ। ਇਸ ਲਈ ਦੋਨੋਂ ਕੰਮ ਕਰਨੇ। ਜਦੋਂ ਕਿਹਦਾ ਮਨ ਵੀ ਰੱਜ ਜਾਏ ਅਤੇ ਸਰੀਰ ਵੀ ਰੱਜ ਜਾਏ, ਉਦੋਂ ਸੁਖੀ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ। ਜਿਵੇਂ ਬੱਚੇ ਨੂੰ ਭੁੱਖ ਲੱਗੀ ਹੈ, ਉਹਦੀ ਭੁੱਖ ਖਿਡੌਣਿਆਂ ਨਾਲ ਨਹੀਂ ਉਤਰੇਗੀ। ਹੁਣ ਦੇ ਦਿਓ ਖਿਡੌਣੇ, ਉਹ 1-2 ਮਿੰਟ ਉਹਨੂੰ ਛਣਕਾਏਗਾ, ਫਿਰ ਰੀ ਰੀ ਕਰਨ ਲੱਗ ਜਾਏਗਾ, ਕਿਉਂਕਿ ਹੁਣ ਤਾਂ ਭੁੱਖ ਲੱਗੀ ਹੈ। ਜਦੋਂ ਮਾਂ ਦਾ ਦੁੱਧ ਪੀਵੇਗਾ ਫਿਰ ਰੱਜ ਜਾਏਗਾ, ਫਿਰ ਆਰਾਮ ਨਾਲ ਸੌਂ ਜਾਏਗਾ। ਛੋਟੇ ਬੱਚੇ ਇਸ ਤਰੀਕੇ ਕਰਦੇ, ਫਿਰ ਸੌਂ ਜਾਂਦੇ ਨੇ। ਕਿਉਂ? ਜੋ ਉਹਨੂੰ ਚਾਹੀਦਾ ਸੀ ਅਸਲ 'ਚ ਉਹਨੂੰ ਮਿਲ ਗਿਆ। ਇਸ ਲਈ ਸਿੱਖ ਨੇ ਨਾਮ ਜਪਣਾ ਤਾਂ ਜੋ ਉਹਦਾ ਮਨ ਰੱਜ ਜੇ, ਅਤੇ ਮਾਇਆ ਕਮਾਉਣੀ ਹੈ ਤਾਂ ਜੋ ਸਰੀਰ ਰੱਜ ਜੇ। ਮਾਇਆ ਨਾਲ ਸਰੀਰਕ ਲੋੜਾਂ ਪੂਰੀਆਂ ਹੁੰਦੀਆਂ ਨੇ, ਮਨ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਮਨੁੱਖ ਨੂੰ ਬਹੁਤ ਵੱਡਾ ਭੁਲੇਖਾ ਹੈ ਬਈ ਸ਼ਾਇਦ ਬਹੁਤ ਮਾਇਆ ਨਾਲ ਮੈਂ ਖੁਸ਼ ਹੋ ਜਾਵਾਂਗਾ। ਨੋ, ਮਨ ਮਾਇਆ ਨਾਲ ਖੁਸ਼ ਨਹੀਂ ਹੁੰਦਾ, ਮਨ ਨਾਮ ਨਾਲ ਹੀ ਖੁਸ਼ ਹੋਏਗਾ। ਇਸ ਲਈ ਸਿੱਖ ਨੇ ਨਾਮ ਵੀ ਜਪਣਾ ਅਤੇ ਮਾਇਆ ਵੀ ਕਮਾਉਣੀ ਹੈ, ਤਾਂ ਜੋ ਮਾਇਆ ਨਾਲ ਸਰੀਰ ਨੂੰ ਸੰਤੁਸ਼ਟ ਰੱਖਿਆ ਜਾ ਸਕੇ ਅਤੇ ਨਾਮ ਨਾਲ ਮਨ ਨੂੰ ਸੰਤੁਸ਼ਟ ਰੱਖਿਆ ਜਾ ਸਕੇ। ਤਾਂ ਹੀ ਤ੍ਰਿਪਤ ਹੋਏਗਾ। ਤਾਂ ਹੀ ਕਹਿੰਦੇ ਸੱਚੇ ਨਾਏ ਤ੍ਰਿਪਤ ਹੋਏ। ਪਰਮਾਤਮਾ ਦੇ ਨਾਮ ਨਾਲ ਹੀ ਮਨ ਰੱਜਦਾ, ਉਹਦੇ ਨਾਲ ਰੱਜਦਾ। ਗੁਣ ਵਿਚਾਰੀ ਗੁਣ ਸੰਗ੍ਰਹ, ਅਵਗੁਣ ਕੱਢਾਂ ਧੋਏ। ਮੈਂ ਗੁਣਾਂ ਦੀ ਵਿਚਾਰ ਕਰਾਂਗਾ, ਸੰਗ੍ਰਹ ਇਕੱਠੇ ਕਰਾਂਗਾ, ਮੈਂ ਗੁਣਾਂ ਨੂੰ ਇਕੱਠੇ ਕਰਾਂਗਾ। ਅਵਗੁਣ ਕੱਢਾਂ ਧੋਏ, ਤਾਂ ਜੋ ਮੈਂ ਆਪਣੇ ਅੰਦਰੋਂ ਅਵਗੁਣ ਧੋ ਧੋ ਕੇ ਬਾਹਰ ਕੱਢ ਦਿਆਂ। ਜਦੋਂ ਸਾਡੇ 'ਚ ਗੁਣ ਵੱਧਦੇ ਜਾਣਗੇ, ਅਵਗੁਣ ਘਟਦੇ ਜਾਣਗੇ। ਜਦੋਂ ਗੁਣ ਵੱਧਦੇ ਜਾਣਗੇ, ਅਵਗੁਣ ਘਟਦੇ ਜਾਣਗੇ। ਜੇ ਅਵਗੁਣ ਵੱਧਦੇ ਜਾਣਗੇ, ਗੁਣ ਘਟਦੇ ਜਾਣਗੇ। ਜਦੋਂ ਕਰਨੀ ਹੀ ਗੁਣਾਂ ਦੀ ਵਿਚਾਰ ਹੈ, ਤਾਂ ਫਿਰ ਬੰਦਾ ਗੁਣਾਂ ਨੂੰ ਇਕੱਠਿਆਂ ਕਰਦਾ ਅਤੇ ਅੰਦਰੋਂ ਅਵਗੁਣ ਕੱਢ ਦਿੰਦਾ। ਫਿਰ ਕੀ ਹੋਏਗਾ? ਆਪੇ ਮੇਲ ਮਿਲਾਇੰਦਾ, ਫਿਰ ਵਿਛੋੜਾ ਨਾ ਹੋਏ। ਫਿਰ ਪਰਮਾਤਮਾ ਆਪਣੇ ਨਾਲ ਜੀਵ ਨੂੰ ਮਿਲਾ ਲਏਗਾ ਅਤੇ ਫਿਰ ਕਦੇ ਉਸ ਤੋਂ ਵਿਛੋੜਾ ਹੁੰਦਾ ਹੀ ਨਹੀਂ ਹੈ। ਹੁਣ ਇਹ ਸਾਰੀਆਂ ਗੱਲਾਂ ਬੰਦੇ ਨੂੰ ਪਤਾ ਕਿੱਥੋਂ ਲੱਗੀਆਂ? ਗੁਰੂ ਤੋਂ, ਗੁਰਬਾਣੀ ਤੋਂ। ਇਸ ਲਈ ਕਹਿੰਦੇ ਨਾਨਕ ਗੁਰ ਸਲਾਹੀ ਆਪਣਾ, ਜਿਦੋਂ ਪਾਈ ਪ੍ਰਭ ਸੋਏ। ਮੈਂ ਆਪਣੇ ਗੁਰੂ ਦੀ ਸਿਫਤ ਸਲਾਹ ਕਰਾਂਗਾ, ਜਿਸ ਤੋਂ ਮੈਨੂੰ ਪਰਮਾਤਮਾ ਬਾਰੇ ਪਤਾ ਲੱਗਦਾ। ਜਦੋਂ ਮੈਨੂੰ ਪਰਮਾਤਮਾ ਬਾਰੇ ਪਤਾ ਲੱਗਾ ਵੀ ਪਰਮਾਤਮਾ ਵੀ ਹੈ, ਉਹਦਾ ਨਾਮ ਜਪਣਾ ਚਾਹੀਦਾ ਹੈ, ਇਹ ਕਦੇ ਪਤਾ ਲੱਗਦਾ ਗੁਰੂ ਤੋਂ। ਇਸ ਲਈ ਮੈਂ ਗੁਰੂ ਦੀ ਵੀ ਸਿਫਤ ਸਲਾਹ ਕਰਦਾ ਵੀ ਧੰਨ ਤੁਸੀਂ ਹਾਂ ਜੀ, ਸ਼ਾਬਾਸ਼ ਹੈ ਤੁਹਾਡੇ ਜੀ, ਤੁਸੀਂ ਮੈਨੂੰ ਪਰਮਾਤਮਾ ਬਾਰੇ ਸੋਝੀ ਦਿੱਤੀ ਹੈ। ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੈਗੀ, ਉਹਦੇ ਬਾਰੇ ਤੁਸੀਂ ਮੈਨੂੰ ਦੱਸਿਆ। ਬਾਣੀ ਸਾਨੂੰ ਇਹੀ ਦੱਸਦੀ ਨੇ। ਇਸ ਲਈ ਅਸੀਂ ਬਾਣੀ ਦੇ ਧੰਨਵਾਦੀ ਹੋਣਾ ਕਿ ਇਹਨੇ ਸਾਨੂੰ ਪਰਮਾਤਮਾ ਬਾਰੇ ਸੋਝੀ ਬਖਸ਼ੀ। ਨਹੀਂ ਤਾਂ ਆਪਾਂ ਨੂੰ ਕੀ ਪਤਾ ਸੀ ਵੀ ਪਰਮਾਤਮਾ ਵੀ ਹੈ? ਜੇ ਹੈ ਤਾਂ ਉਹ ਕਿੱਥੇ ਰਹਿੰਦਾ? ਜੇ ਪਤਾ ਲੱਗ ਕਿੱਥੇ ਰਹਿੰਦਾ, ਉਹ ਮਿਲੇਗਾ ਕਿਵੇਂ? ਬਾਣੀ ਦੱਸਦੀ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ।
ਪਤਾ ਲੱਗ ਗਿਆ। ਉਹ ਮਿਲੇਗਾ ਕਿਵੇਂ? ਕਹਿੰਦੇ ਜਿਹੜੀ ਤੇਰੇ ਅੰਦਰ ਬੁਰਾਈ ਹੈ ਉਹ ਛੱਡ ਦੇ, ਅਤੇ ਗੁਰੂ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਉਹਦਾ ਜਾਪ ਕਰ, ਮਿਲ ਜਾਏਗਾ। ਪਰ ਇਹ ਬੰਦਾ ਬੜਾ ਚੁਸਤ ਹੈ। ਇਹ ਨਾ ਆਪਣੇ ਆਪ ਨੂੰ ਧੋਖਾ ਦੇਣ ਲਈ ਕਹਿੰਦਾ ਬਸ ਮੈਂ ਨਾਮ ਜਪ ਲਾਂਗਾ, ਪਰ ਰਿਸ਼ਵਤ ਵੀ ਲਈ ਜਾਵਾਂ, ਚੋਰੀ ਚਪਾਰੇ ਘੁੱਟ ਵੀ ਲਾ ਲਾਂ, ਠੀਕ ਹੈ, ਹੋਰ ਕੋਈ ਠੱਗੀ ਠੋਰੀ ਵੀ ਕਰ ਲਾ, ਉਹ ਵੀ ਕਰ ਲਾ, ਇਹ ਨਹੀਂ ਚੱਲਦਾ। ਆਪਣੇ ਆਪ ਨੂੰ ਧੋਖਾ ਦੇਣ ਨਾਲ ਗੱਲ ਨਹੀਂ ਬਣਦੀ ਹੈ। ਸੋ ਗੁਰੂ ਤੋਂ ਇਹ ਪਤਾ ਲੱਗਦਾ ਹੈ ਕਿ ਪਰਮਾਤਮਾ ਹੈ, ਉਹ ਸਾਡੇ ਅੰਦਰ ਹੈ, ਉਹਨੂੰ ਪ੍ਰਾਪਤ ਕਰਨਾ ਹੀ ਜ਼ਿੰਦਗੀ ਦਾ ਉਦੇਸ਼ ਹੈ। ਕਿਉਂਕਿ ਜਿੰਨਾ ਚਿਰ ਪ੍ਰਾਪਤ ਨਹੀਂ ਹੋਇਆ ਪਰਮਾਤਮਾ, ਅਸੀਂ ਵਾਰੀ ਵਾਰੀ ਜਨਮ ਲਈ ਜਾਵਾਂਗੇ, ਜੰਮੀ ਜਾਵਾਂਗੇ, ਮਰੀ ਜਾਵਾਂਗੇ, ਜੰਮੀ ਜਾਵਾਂਗੇ, ਮਰੀ ਜਾਵਾਂਗੇ, ਸਾਡੀ ਖਲਾਸੀ ਨਹੀਂ ਹੁੰਦੀ ਜਿੰਨਾ ਚਿਰ ਪਰਮਾਤਮਾ ਨਹੀਂ ਮਿਲ ਜਾਂਦਾ। ਅਤੇ ਫਿਰ ਪਰ ਪਤਾ ਲੱਗੇ ਪਰਮਾਤਮਾ ਕਿਵੇਂ ਮਿਲੂ? ਬਾਣੀ ਕਹਿੰਦੇ ਬੁਰਾਈਆਂ ਛੱਡੋ ਅਤੇ ਗੁਰਮੰਤਰ ਦਾ ਜਾਪ ਕਰੋ, ਸਮਾਂ ਪਾ ਕੇ ਮਿਲ ਜਾਏਗਾ। ਹੋਰ ਕੀ ਹੈ? ਸ਼੍ਰੀ ਰਾਗ ਮਹਿਲਾ ਤੀਜਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਂਹ ਲੁੜਾਏ। ਬਾਂਹ ਬੱਬੇ ਨੂੰ ਕਰਨਾ ਪੈਂਦੇ। ਕਿਆ ਚੱਲੈ ਬਾਂਹ ਲੁੜਾਏ, ਆਪਣਾ ਪਿਰ ਨਾ ਪਛਾਣ ਹੀ ਆਹਨ ਪਿਆਰੀ ਬਿੰਦੇ। ਕਿਉਂਕਿ ਜੇ ਤੂੰ ਦੀ ਭਾਵਨਾ, ਉੱਪਰ ਮੈਂ ਦੀ ਭਾਵਨਾ ਸੇ, ਇਹ 'ਚ ਤੂੰ ਦੀ ਭਾਵਨਾ, ਮੈਂ ਆ ਜੇ ਜਾਂ ਤੂੰ ਦੀ ਭਾਵਨਾ ਹੋਵੇ, ਕਿਰਿਆਵਾਂ ਨਕਰੀ ਬੋਲੀ ਜਾਂਦੀਆਂ। ਇਸ ਲਈ ਜਿਵੇਂ ਚੱਲੈ, ਇਹ ਕਿਰਿਆ ਨਕਰੀ ਬੋਲਣੀ ਹੈ। ਪਛਾਣ ਹੀ, ਇਹ ਕਿਰਿਆ, ਇਹਨੂੰ ਨਕਰੀ ਬੋਲਣਾ, ਪਛਾਣ ਹੀ। ਦੇਸ ਹੈ, ਇਹ ਕਿਰਿਆ, ਦੇਸ ਹੈ, ਇਹਨੂੰ ਨਕਰੀ ਬੋਲਣਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਬਾਂਹ ਲੁੜਾਏ, ਆਪਣਾ ਪਿਰ ਨਾ ਪਛਾਣ ਹੀ, ਕਿਆ ਮੂੰਹ ਦੇਸੈ ਜਾਏ। ਮੂੰਹ ਮੰਮੇ ਤੇ ਟਿੱਪੀ। ਜਿੰਨੀ ਸਖੀ, ਸਖੀ ਇੱਕ ਵਚਨ ਹੈ, ਉਹਦਾ ਬਿੰਦੀ ਲਾ ਕੇ ਬਹੁਵਚਨ ਬਣਾ ਦਿੱਤਾ ਗਿਆ, ਇਸ ਲਈ ਜਿੰਨੀ ਹੈ। ਜਿੰਨੀ ਸਖੀ ਕੰਤ ਪਛਾਣਿਆ, ਹਾਂ ਹੁਣ ਹਾਂ ਆ ਗਿਆ। ਅੱਗੇ ਜਿਹੜੀ ਕਿਰਿਆ ਹੈ ਉਹ ਨਕਰੀ ਬੋਲਣੀ ਹੈ। ਹਾਂ ਤਿੰਨ ਕਹਿ ਲਾਗੋਂ, ਲਾਗੋ ਨਹੀਂ ਬੋਲਣਾ, ਲਾਗੋਂ ਪਾਏ। ਪਾਏ ਫਾਰਸੀ ਦਾ ਸ਼ਬਦ ਹੈ, ਪਾਈ ਹਿੰਦੀ ਦਾ ਸ਼ਬਦ ਹੈ, ਅਰਥ ਹੈ ਪੈਰ। ਜੇ ਪਾਏ ਬੋਲੋਗੇ ਤੇ ਫਾਰਸੀ ਦਾ ਸ਼ਬਦ ਹੈ, ਅਰਥ ਹੈ ਪੈਰ। ਪਾਏ ਬੋਲੋਗੇ, ਇਹ ਹਿੰਦੀ ਦਾ ਸ਼ਬਦ ਹੈ, ਅਰਥ ਹੈ ਪੈਰ। ਇਹ ਤੁਹਾਡੀ ਮਰਜ਼ੀ, ਇਸ ਨੂੰ ਪਾਏ ਬੋਲੋ ਜਾਂ ਪਾਏ ਬੋਲੋ। ਪਰ ਪਹਿਲੀ ਲਾਈਨ 'ਚ ਹੈ, ਕਿਆ ਮੂੰਹ ਦੇਸੈ ਜਾਏ। ਜਾਏ ਪਾਏ ਇਹ ਜ਼ਿਆਦਾ ਜਚੇਗਾ, ਜਾਏ ਪਾਏ ਨਹੀਂ ਜਚੇਗਾ। ਜਾਂ ਤਾਂ ਉਹਦੇ ਜਾਏ ਪਾਏ ਫਿਰ ਠੀਕ ਸੀ। ਉੱਥੇ ਜਾਏ, ਇਸ ਅੱਗੇ ਕੀ ਹੈ? ਪਾਏ। ਪਾਏ ਉਚਾਰਨ ਜ਼ਿਆਦਾ ਜਚੇਗਾ। ਉਂਝ ਕੋਈ ਪਾਏ ਕਹਿੰਦਾ ਤਾਂ ਵੀ ਠੀਕ ਹੈ, ਕਿਉਂਕਿ ਹਿੰਦੀ ਦਾ ਹੈ। ਪਾਏ ਕਹਿੰਦਾ ਹੈ ਫਾਰਸੀ ਦਾ ਹੈ। ਜਿੰਨੀ ਕੰਤ ਪਛਾਣਿਆ, ਹੋਂ ਤਿਨ ਕੈ ਲਾਗੋਂ ਪਾਏ, ਤਿਨ ਹੀ ਜੈਸੀ ਥੀ ਰਾਹ। ਕਿਉਂਕਿ 'ਚ ਮੈਂ ਦੀ ਭਾਵਨਾ ਨਾ, ਤਿਨ ਹੀ ਜੈਸੀ ਥੀ ਰਾਹ, ਸਤ ਸੰਗਤ ਮੇਲ ਮਿਲਾਏ। ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਸੁਣ ਸੁਣ ਕਾਮ ਗਹੇਲੀਏ। ਗਹੇਲੀ ਕਹਿੰਦੇ ਪਕੜੀ ਹੋਈ। ਹੇ ਕਾਮ ਦੀ ਪਕੜੀ ਹੋਈ ਹੈ, ਹੇ ਕਾਮ 'ਚ ਫਸੀ ਹੋਈ ਹੈ। ਹੇ ਕਾਮਕ ਔਰਤੇ, ਕਿਆ ਚੱਲੇ ਬਾਂਹ ਲੁੜਾਏ। ਬਾਂਹ ਲੁੜਾਏ, ਬਾਂਹ ਹਲਾਲ।
ਹਿਲਾ ਹਿਲਾ ਕੇ ਤੁਰਨਾ, ਭਾਵ ਲਾਪਰਵਾਹੀ ਨਾਲ ਤੁਰਨਾ, ਜਿਹਨੂੰ ਕੋਈ ਚਿੰਤਾ ਹੀ ਨਾ ਹੋਵੇ। ਬਾਂਹ ਹਿਲਾ ਹਿਲਾ ਕੇ ਤੁਰਨ ਦਾ ਮਤਲਬ ਹੈ ਵੀ ਇਹਨੂੰ ਕੋਈ ਚਿੰਤਾ ਨਹੀਂ ਹੈ। ਹੇ ਕਾਮ ਚ ਫਸੀਏ ਜੀਵ ਇਸਤਰੀਏ, ਤੂੰ ਬਾਂਹ ਹਿਲਾ ਹਿਲਾ ਕੇ ਕੀ ਚਲਦੀ ਹੈ? ਤੂੰ ਬੇਫਿਕਰ ਹੋ ਕੇ ਕੀ ਚਲਦੀ ਹੈ? ਆਪਣਾ ਪਿਰਨਾ ਪਛਾਣ ਹੀ, ਤੈਨੂੰ ਆਪਣੇ ਪਤੀ ਪ੍ਰਭੂ ਦੀ ਪਹਿਚਾਣ ਹੀ ਨਹੀਂ ਹੈ। ਕਿਆ ਮੂੰਹ ਦੇਸਾਂ ਜਾਏ, ਅੱਗੇ ਜਾ ਕੇ ਤੂੰ ਕੀ ਮੂੰਹ ਵਿਖਾਏਂਗੀ? ਕਿਸ ਮੂੰਹ ਨਾਲ ਤੂੰ ਅੱਗੇ ਜਾਏਂਗੀ? ਅਸੀਂ ਆਏ ਸੀ ਪਰਮਾਤਮਾ ਦਾ ਨਾਮ ਜਪਣ, ਹੁਣ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਨਹੀਂ, ਕਾਮੀ ਹੋ ਗਿਆ ਹੈ, ਸਾਰਾ ਧਿਆਨ ਉਹਦਾ ਰਹਿੰਦਾ ਹੈ। ਕਹਿੰਦੇ ਫਿਰ ਕੀ ਮੂੰਹ ਜਾ ਕੇ ਵਿਖਾਏਂਗਾ ਉਹਨੂੰ? ਵੀ ਤੈਨੂੰ ਇਸ ਲਈ ਭੇਜਿਆ ਸੀ। ਜਿਨੀ ਸਖੀ ਕੰਤ ਪਛਾਣਿਆ, ਜਿਨ੍ਹਾਂ ਸਖੀਆਂ ਨੇ ਆਪਣੇ ਪ੍ਰਭੂ ਪਤੀ ਨੂੰ ਪਹਿਚਾਣ ਲਿਆ ਹੈ, ਹਾਂ ਤਿਨ ਕੈ ਲਾਗੋਂ ਪਾਏ, ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ, ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ ਕਿ ਧੰਨ ਤੁਸੀਂ ਹੋ, ਤੁਹਾਨੂੰ ਪ੍ਰਭੂ ਪਤੀ ਦਾ ਪਤਾ ਲੱਗ ਗਿਆ ਹੈ। ਤਿਨ ਹੀ ਜੈਸੀ ਥੀ ਰਹਾਂ, ਸਤ ਸੰਗਤ ਮੇਲ ਮਿਲਾਏ। ਸਤ ਸੰਗਤ ਦੇ ਨਾਲ ਮੇਲ ਮਿਲਾਪ ਰੱਖਣ ਨਾਲ ਮੈਂ ਵੀ ਉਹਨਾਂ ਵਰਗੀ ਹੋ ਜਾਵਾਂਗੀ। ਐਸੀ ਥੀ ਰਹਾਂ, ਉਹੋ ਜਿਹੀ ਹੋ ਜਾਵਾਂ। ਉਹਨਾਂ ਦੀ ਸੰਗਤ 'ਚ ਰਲ ਕੇ ਮੈਂ ਵੀ ਉਹਨਾਂ ਵਰਗੀ ਹੋ ਜਾਵਾਂਗੀ। ਕਿੰਨਾ ਵਰਗੀ? ਜਿਨ੍ਹਾਂ ਨੇ ਆਪਣੇ ਕੰਤ ਨੂੰ ਪਹਿਚਾਣ ਲਿਆ, ਭਾਵ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਪ੍ਰਾਪਤ ਕਰ ਲਿਆ ਹੈ, ਮੈਂ ਉਹਨਾਂ ਦੀ ਸੰਗਤ ਕਰਕੇ ਮੈਂ ਵੀ ਉਹੋ ਜਿਹੀ ਹੋ ਜਾਵਾਂਗੀ। ਕਿ ਜਿਹੋ ਜਿਹੇ ਤੁਸੀਂ ਹੋਣਾ ਹੈ, ਗੁਰਬਾਣੀ ਕਹਿੰਦੇ ਉਹੋ ਜਿਹੀ ਤੁਹਾਨੂੰ ਸੰਗਤ ਕਰਨੀ ਪੈਣੀ। ਇਹ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਕਿਹੋ ਜਿਹੇ ਹੋਣਾ। ਇਹ ਤਾਂ ਬੰਦੇ ਨੇ ਫੈਸਲਾ ਕਰਨਾ ਕਿ ਤੁਸੀਂ ਕਿਹੋ ਜਿਹੇ ਹੋਣਾ। ਕਈ ਵਾਰੀ ਸਾਡੇ ਬੱਚੇ ਨੂੰ ਨਹੀਂ ਪਤਾ ਕਿ ਉਹਨੇ ਕਿਹੋ ਜਿਹਾ ਹੋਣਾ। ਮਾਂ ਪਿਓ ਨੂੰ ਪਤਾ ਹੁੰਦਾ ਹੈ ਵੀ ਇਹਨੂੰ ਅਸੀਂ ਕਿਹੋ ਜਿਹਾ ਬਣਾਉਣਾ, ਫਿਰ ਉਹੇ ਜਿਹਾਂ ਦੀ ਸੰਗਤ ਦਿੰਦੇ ਨੇ ਉਹਨੂੰ, ਉਹੀ ਸੰਗਤ ਦਿੰਦੇ। ਮਾਂ ਪਿਓ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਅਸੀਂ ਆਪ ਕੁਚੱਜੇ ਹਾਂ, ਇਸ ਲਈ ਅਸੀਂ ਬੱਚਿਆਂ ਨੂੰ ਚੱਜ ਚਾਰ ਸਿਖਾ ਹੀ ਨਹੀਂ ਸਕਦੇ। ਸਮੱਸਿਆ ਤਾਂ ਹੋ ਗਈ ਹੈ। ਕਹਿੰਦੇ ਨੇ ਸਿਟੀਜ਼ਨਸ਼ਿਪ ਬਿਗਿਨਸ ਐਟ ਹੋਮ। ਸਾਰੀ ਜਿਹੜੀ ਸਿੱਖਿਆ ਹੈ ਚੱਜ ਚਾਰ ਤੇ ਘਰੋਂ ਸ਼ੁਰੂ ਹੁੰਦਾ, ਤੇ ਘਰੋਂ ਸ਼ੁਰੂ ਹੁੰਦਾ। ਅਤੇ ਜੇ ਮਾਂ ਪਿਓ ਨੇ ਚੱਜ ਚਾਰ ਕੋਈ ਨਹੀਂ ਜ਼ਿੰਦਗੀ ਜਿਉਣ ਦਾ, ਅਤੇ ਬੱਚੇ ਨੇ ਕੀ ਸਵਾਹ ਸਿੱਖਣਾ, ਤਾਂ ਕੀ ਸਿੱਖੇਗਾ ਉੱਥੋਂ? ਇਹਨਾਂ ਬੱਚੇ ਨੇ ਵੱਡੇ ਹੋ ਕੇ ਫਿਰ ਟੀਚਰ ਬਣਨੇ, ਅਤੇ ਜੇ ਉਹਨਾਂ ਨੂੰ ਚੱਜ ਚਾਰ ਕੋਈ ਨਹੀਂ ਤਾਂ ਫਿਰ ਉਹਨੇ ਸਿਖਾਏਗਾ ਅੱਗੇ ਕੌਣ? ਦੋ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਚੱਜ ਚਾਰ ਜਾਂ ਮਾਂ ਪਿਓ ਸਿਖਾਉਣ ਜਾਂ ਟੀਚਰ ਸਿਖਾਉਣ। ਸਪੋਜ਼ ਕਰੋ ਇਹਨਾਂ ਦੋਨਾਂ ਧਿਰਾਂ ਨੂੰ ਚੱਜ ਚਾਰ ਨਹੀਂ, ਅਤੇ ਫਿਰ ਬੱਚੇ ਨੂੰ ਚੱਜ ਚਾਰ ਕੌਣ ਸਿਖਾਏਗਾ? ਇਸ ਲਈ ਪਹਿਲਾਂ ਆਪ ਚੱਜ ਆਚਾਰ ਸਿੱਖਣੇ ਹੈ ਵੀ ਜ਼ਿੰਦਗੀ ਜਿਉਣੀ ਕਿਵੇਂ ਹੈ। ਜਦੋਂ ਜ਼ਿੰਦਗੀ ਜਿਉਣੀ ਆ ਜਾਏਗੀ, ਇਹ ਜ਼ਿੰਦਗੀ ਸੁਖੀ ਹੋ ਜਾਏਗੀ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਜੀਵਨ ਜਾਚ ਸਿੱਖ, ਫਿਰ ਤੈਨੂੰ ਦੁੱਖ ਨਹੀਂ ਲੱਗੇਗਾ। ਕਿਸੇ ਨੇ ਸਾਨੂੰ ਕੋਈ ਨਹੀਂ ਸਿਖਾ ਸਕਣਾ। ਜੇ ਮੈਂ ਵੀ ਤੁਹਾਨੂੰ ਚੱਜ ਚਾਰ ਬਾਰੇ ਕੋਈ ਦੱਸਦਾ ਤਾਂ ਮੈਂ ਗੁਰਬਾਣੀ ਤੋਂ ਸਿੱਖਿਆ ਹੋਇਆ। ਕੁਝ ਚੱਜ ਚਾਰ ਮੈਨੂੰ ਪਿਤਾ ਨੇ ਸਿਖਾਏ, ਕੁਝ ਚੱਜ ਆਚਾਰ ਮੈਨੂੰ ਮੇਰੇ ਵੱਡੇ ਭਰਾ ਨੇ ਸਿਖਾਏ, ਬਾਕੀ ਸਾਰਾ ਕੁਛ ਜਿਹੜਾ ਮੈਂ ਇਹ ਬਾਣੀ ਤੋਂ ਸਿੱਖਿਆ ਵੀ ਐਂ ਜ਼ਿੰਦਗੀ ਜਿਉਣੀ ਚਾਹੀਦੀ ਹੈ। ਉਹੀ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਰਹਿੰਦਾ ਕਿ ਭਾਈ ਚੱਜ ਆਚਾਰ ਆਉਣਾ ਬਹੁਤ ਜ਼ਰੂਰੀ ਹੈ। ਅਤੇ ਉਹ ਹੈ ਵੀ ਗੁਰਬਾਣੀ ਅਨੁਸਾਰ ਜੀਵਨ ਜਿਉਂ,
ਆਪੇ ਜੀਵਨ ਠੀਕ ਹੋ ਜਾਏਗਾ। ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਕੇ ਤੂੰ ਜੀਵਨ ਜਿਉਣ ਦੀ ਜਾਚ ਸਿੱਖ, ਫਿਰ ਤੈਨੂੰ ਕਦੇ ਦੁੱਖ ਨਹੀਂ ਲੱਗੇਗਾ। ਦੁੱਖ ਹਮੇਸ਼ਾ ਕੁਚੱਜਿਆਂ ਨੂੰ ਲੱਗਦਾ। ਕੁਚੱਜੇ ਲੋਕ ਆਪ ਵੀ ਦੁਖੀ ਹੁੰਦੇ ਨੇ, ਸੰਸਾਰ ਲਈ ਵੀ ਦੁੱਖ ਪੈਦਾ ਕਰਦੇ। ਜਿਵੇਂ ਚੋਰ ਕੁਚੱਜਾ ਹੈ, ਆਪ ਵੀ ਦੁਖੀ ਹੁੰਦਾ, ਦੂਜਿਆਂ ਨੂੰ ਦੁਖੀ ਕਰਦਾ। ਨਸ਼ਈ ਕੁਚੱਜਾ ਹੈ, ਆਪ ਵੀ ਦੁਖੀ ਹੁੰਦਾ, ਦੂਜਿਆਂ ਨੂੰ ਵੀ ਦੁਖੀ ਕਰਦਾ। ਬਲਾਤਕਾਰੀ ਕੁਚੱਜਾ ਹੁੰਦਾ, ਆਪ ਵੀ ਦੁੱਖ ਪਾਉਂਦਾ, ਕੁੱਟ ਖਾਂਦਾ, ਜੇਲ੍ਹਾਂ ਜਾਂਦਾ, ਦੂਜਿਆਂ ਨੂੰ ਵੀ ਦੁਖੀ ਕਰਦਾ। ਇਹ ਕੁਚੱਜੇ ਲੋਕ ਸਮਾਜ ਲਈ ਦੁੱਖ ਪੈਦਾ ਕਰਦੇ ਹਨ। ਇਸ ਲਈ ਜਿਹਨੇ ਜ਼ਿੰਦਗੀ ਜਿਉਣ ਦੀ ਜਾਚ ਸਿੱਖਣੀ ਹੈ, ਉਹਨੂੰ ਫਿਰ ਬਾਣੀ ਬੜੇ ਧਿਆਨ ਨਾਲ ਪੜ੍ਹਨੀ ਪਏਗੀ ਵੀ ਹਾਂ ਬਾਣੀ ਕੀ ਕਹਿੰਦੀ ਅਤੇ ਮੈਂ ਕੀ ਕਰਦਾ। ਬਾਣੀ ਕੀ ਕਹਿੰਦੀ ਹੈ ਅਤੇ ਮੈਂ ਕੀ ਕਰਦਾ। ਬਸ ਜਦੋਂ ਇੰਨੀ ਕੁ ਸਮਝ ਆ ਜਾਏ, ਬੰਦਾ ਬਦਲਣਾ ਸ਼ੁਰੂ ਹੋ ਜਾਂਦਾ। ਸੋ ਇਸ ਲਈ ਕਹਿੰਦੇ ਮੁੰਦੇ ਹੈ ਜੀਵ ਇਸਤਰੀ, ਕੂੜ ਮੁੱਠੀ ਕੁੜਿਆਰ, ਤੂੰ ਤੇ ਕੂੜਿਆਰ ਹੈ, ਤੂੰ ਤੇ ਝੂਠੀ ਹੈ, ਕਿਉਂਕਿ ਤੈਨੂੰ ਝੂਠ ਨੇ ਠੱਗ ਲਿਆ। ਮੁੱਠੀ ਮੈਨੇ ਠੱਗ ਲਿਆ, ਤੈਨੂੰ ਇਹਨਾਂ ਸੰਸਾਰਕ ਪਦਾਰਥਾਂ ਨੇ ਠੱਗ ਲਿਆ। ਕੂੜ ਤੋਂ ਭਾਵ ਨਾਸ਼ਵਾਨ, ਨਾਸ਼ਵਾਨ ਪਦਾਰਥਾਂ ਨੇ ਤੈਨੂੰ ਠੱਗ ਲਿਆ। ਤੂੰ ਇਹਨਾਂ ਵਿੱਚ ਹੀ ਫਸ ਗਈ ਹੈ, ਅਤੇ ਜਿਹੜਾ ਅਸਲੀ ਹੈ ਸੱਚ ਨਾਮ ਜਪਣਾ, ਉਹ ਤੂੰ ਜਪਦੀ ਨਹੀਂ। ਪਿਰ ਪ੍ਰਭ ਸਾਚਾ ਸੋਹਣਾ, ਪਾਈਐ ਗੁਰ ਵਿਚਾਰ। ਪ੍ਰਭੂ ਪਤੀ ਸਦਾ ਰਹਿਣ ਵਾਲਾ ਸੱਚ, ਸਦਾ ਰਹਿਣ ਵਾਲਾ ਸੋਹਣਾ ਹੈ। ਮਿਲੇਗਾ ਕਿਵੇਂ? ਪਾਈਐ ਗੁਰ ਵਿਚਾਰ, ਗੁਰੂ ਦੀ ਵਿਚਾਰ ਅਨੁਸਾਰ ਚੱਲ ਕੇ ਉਹ ਪਰਮਾਤਮਾ ਮਿਲਦਾ ਹੈ। ਬਾਣੀ ਅਨੁਸਾਰ ਜੀਵਨ ਜਿਉਂ ਕੇ ਉਹ ਸੋਹਣਾ ਅਤੇ ਸਦਾ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ। ਰਹਾਓ ਮਨਮੁਖ ਕੰਤ ਨਾ ਪਛਾਣੀ, ਤਿਨ ਕਿਉ ਰੈਣ ਵਿਹਾਏ। ਹੁਣ ਦੇਖੋ, ਮਨਮੁਖ ਕੰਤ ਨਾ ਪਛਾਣੀ, ਇਹ ਹੁਣ ਇਹ ਪਛਾਣੇ ਈ ਪੜ੍ਹਨਾ ਕਿ ਪਛਾਣੇ ਈ ਪੜ੍ਹਨਾ? ਈ ਪੜ੍ਹਨਾ। ਅੱਗੇ ਸ਼ਬਦ ਤਿੰਨ, ਇਹ ਤਿੰਨ ਸ਼ਬਦ ਬਹੁਵਚਨ ਹੈ। ਜੇ ਨੰਨੇ ਨੂੰ ਸਿਹਾਰੀ ਹੁੰਦੀ ਫਿਰ ਤਿੰਨ ਇੱਕ ਵਚਨ ਹੋਣਾ ਸੀ, ਫਿਰ ਆਪਾਂ ਕਹਿੰਦੇ ਪਛਾਣ ਈ। ਹੁਣ ਹੈ ਪਛਾਣ ਈ। ਮਨਮੁਖ ਕੰਤ ਨਾ ਪਛਾਣ ਈ, ਤਿੰਨ ਕਿਉਂ ਰੈਣ ਵਿਹਾਏ। ਕਿਉਂ ਦਾ ਦੋ ਅਰਥ ਹੁੰਦੇ ਨੇ। ਇੱਕ ਹੁੰਦਾ ਕਿਉਂ, ਤੁਸੀਂ ਕਿਉਂ ਲੜ ਰਹੇ ਹੋ, ਤੁਸੀਂ ਕਿਉਂ ਰੌਲਾ ਪਾ ਰਹੇ ਹੋ। ਦੂਜਾ ਕਿਵ ਤੋਂ ਬਣਿਆ, ਹਿੰਦੀ ਦਾ ਸ਼ਬਦ ਹੈ ਕਿਵ, ਕਿਸ ਤਰ੍ਹਾਂ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਰ। ਕਿਵ ਮੈਨੇ ਕਿਸ ਤਰ੍ਹਾਂ, ਕਿਵ ਤੋਂ ਬਣਿਆ ਕਿਉਂ, ਭਾਵ ਕਿਸ ਤਰ੍ਹਾਂ। ਤਿੰਨ ਕਿਉਂ ਰਹਿਣ ਵਿਹਾਏ, ਗਰਭ ਅਟੀਆਂ ਤ੍ਰਿਸ਼ਨਾ ਜਲੈ। ਦੁੱਖ ਪਾਵਹਿ ਦੂਜੈ ਭਾਏ, ਸ਼ਬਦ ਰਤੀਆਂ ਸੁਹਾਗਣੀ। ਕਿਉਂਕਿ ਰਤੀਆਂ ਨਾ, ਇਸ ਲਈ ਸੁਹਾਗਣੀ ਨਹੀਂ ਆਏਗਾ। ਸੁਹਾਗਣੀ ਇੱਕ ਵਚਨ ਹੈ, ਇਹਨੂੰ ਬਹੁਵਚਨ ਬਣਾਉਣਾ ਹੈ। ਅਣਾਣੇ ਨੂੰ ਬਿਹਾਰੀ ਨਾਲ ਬਿੰਦੀ ਲੱਗੇਗੀ, ਬਹੁਵਚਨ ਹੋ ਗਿਆ। ਸ਼ਬਦ ਰਤੀਆਂ ਸੁਹਾਗਣੀ, ਤਿੰਨ ਵਿੱਚੋਂ ਹਉਮੈ ਜਾਏ। ਇਹ ਬਾਣੀ ਨੂੰ ਮੈਂ ਦੇਖਿਆ, ਇਹ ਸ਼ੁੱਧ ਪੜ੍ਹਨ ਲਈ ਨਾ ਵਾਕਈ ਬਹੁਤ ਮਿਹਨਤ ਚਾਹੀਦੀ। ਇਹ ਬੜੀ ਮਿਹਨਤ ਦੀ ਲੋੜ ਹੈ। 5.5 ਮਹੀਨੇ ਜਿਹੜੇ ਅਸੀਂ ਲਾਉਣੇ ਤਾਂ ਐਂ ਆ ਜਿਵੇਂ ਵਿੱਚੋਂ ਦੀ ਗੋ ਥਰੂ ਹੋ ਗਏ, ਵੀ ਇੱਕ ਵਾਰੀ ਵਿੱਚੋਂ ਦੀ ਲੰਘ ਗਏ। ਦੋ ਬੰਦੇ ਸਨ, ਆਪਸ 'ਚ ਗੱਲਾਂ ਕਰਨ। ਤੂੰ ਕਿੰਨਾ ਪੜ੍ਹਿਆ? ਕਹਿੰਦਾ ਮੈਂ 8 ਜਮਾਤਾਂ। ਕਹਿ ਤੂੰ ਕਿੰਨਾ ਪੜ੍ਹਿਆ? ਕਹਿੰਦਾ ਮੈਂ ਵੀ 8 ਜਮਾਤਾਂ। ਕਹਿ ਤੂੰ ਕਿੰਨੇ ਸਾਲ 'ਚ ਪੜ੍ਹਿਆ? ਕਹਿੰਦਾ ਮੈਂ 8 ਸਾਲ 'ਚ। ਕਹਿੰਦਾ ਤੂੰ? ਕਹਿੰਦਾ ਮੈਂ 1 ਮਿੰਟ 'ਚ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਅੱਧੀ ਛੁੱਟੀ ਹੋਈ ਸਕੂਲ 'ਚ, 8ਵੀਂ ਜਮਾਤ 'ਚ ਜਾ ਰਹੀ ਸੀ, ਮੈਂ ਭੱਜ ਕੇ ਵਿੱਚੋਂ ਦੀ ਲੰਘ ਗਿਆ, ਬਸ 8ਵੀਂ ਹੋ ਗਿਆ।
ਇੱਕ ਵਾਰ ਬਾਣੀ ਪੜ੍ਹਨਾ ਸਮਝ, ਇਹ ਨਹੀਂ ਸਮਝ ਲੈਣਾ ਮੈਨੂੰ ਆ ਗਈ ਹੈ ਮੈਂ ਸੰਥਿਆ ਲੈ ਲਈਏ। ਇੱਕ ਵਾਰ ਨਾਲ ਥੋੜ੍ਹਾ ਬਹੁਤਾ ਜਿਹਾ ਗਿਆਨ ਹੁੰਦਾ, ਕਈ ਵਾਰ ਸੰਥਿਆ ਲੈਣੀ ਪੈਣੀ। ਇੱਕ ਅੱਧੀ ਵਾਰ ਨਾਲ ਨਹੀਂ ਗੱਲ ਬਣੇਗੀ। ਜਦ ਪਹਿਲੀ ਵਾਰੀ ਮੈਂ ਰੌਲ ਲਾਉਣੀ ਸੀ ਸਕੂਲ 'ਚ, ਅਖੰਡ ਪਾਠ ਸਨ, ਮੈਨੂੰ ਸਵੇਰੇ 4 ਤੋਂ 6 ਉਹਨਾਂ ਰੌਲ ਦਿੱਤੇ। ਮੈਨੂੰ ਪ੍ਰਿੰਸੀਪਲ ਕਹਿੰਦਾ ਬਈ ਤੁਸੀਂ ਨਾ ਮੈਨੂੰ ਪਹਿਲਾਂ ਸਹਿਸਕ੍ਰਿਤੀ ਦੇ ਸ਼ਲੋਕ ਸੁਣਾਉਣੇ ਨੇ, ਫਿਰ ਰੌਲ ਲਾਉਣੀ। ਮੈਂ ਠੀਕ ਹੈ ਜੀ, ਮੈਂ ਸੰਸਕ੍ਰਿਤ ਪੜ੍ਹੀ ਹੋਈ ਸੀ। ਕਹਿੰਦੇ ਘੱਟ ਤੋਂ ਘੱਟ 10 ਵਾਰ ਪੜ੍ਹਨੇ ਨੇ ਤਾਂ ਰੌਲ 'ਤੇ ਬਹਿਣਾ। ਮੈਂ ਕੋਈ ਨਹੀਂ 10 ਵਾਰ ਪੜ੍ਹ ਲਾਂਗੇ, 7-8 ਸਫ਼ੇ ਤੇ ਹੈ ਕਿ ਬਹੁਤੇ ਨੇ। 2-3 ਦਿਨ ਲਾ ਕੇ ਮੈਂ ਉਹ ਕਿਵੇਂ ਬਾਣੀ ਪੜ੍ਹਦੇ ਹੀ ਅਰਥਾਂ ਸਮੇਤ ਸੀ, ਉਹੀ ਤਾਂ ਮੈਂ ਬਾਣੀ ਨਹੀਂ ਪੜ੍ਹੀ ਨਾ ਉਂਝ ਹੁਣ ਵੀ ਪੜ੍ਹਾਂ। ਸਿਰ ਨਿਤਨੇਮ ਤੋਂ ਬਿਨਾਂ ਬਾਕੀ ਮੈਂ ਜਿੰਨੀ ਬਾਣੀ ਪੜ੍ਹਦਾ ਮੈਂ ਅਰਥਾਂ ਸਮੇਤ ਪੜ੍ਹਦਾ, ਉਹੀ ਤਾਂ ਮੈਂ ਸਹਿਜ ਪੜ੍ਹ ਕਰਦਾ ਹੀ ਨਹੀਂ ਹੈਗਾ। ਵੈਸੇ ਨਹੀਂ ਮੈਂ ਬਾਣੀ ਪੜ੍ਹਦਾ, ਨਾ ਮੈਨੂੰ ਉਹ 'ਚ ਕੋਈ ਸਵਾਦ ਆਉਂਦਾ। ਨਿਤਨੇਮ ਜ਼ਰੂਰ ਉਂਝ ਪੜ੍ਹਦਾ ਵੀ ਚਲੋ ਨਿਤਨੇਮ ਇੱਕ ਵਾਰੀ ਹੋ ਜਾਏ, ਬਾਅਦ 'ਚ ਘੰਟਾ ਬਾਣੀ ਪੜ੍ਹਾਂ, 2 ਘੰਟੇ ਪੜ੍ਹਾਂ। ਮੈਂ ਜਿੰਨੀ ਵੀ ਬਾਣੀ ਪੜ੍ਹਦਾ ਅਰਥਾਂ ਸਮੇਤ ਪੜ੍ਹਦਾ। 1971 ਤੋਂ ਲੈ ਕੇ 15 ਅਗਸਤ 1971 ਨੂੰ ਮੈਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਸੀ। 3 ਦਿਨ ਮੈਂ ਅਰਥਾਂ ਤੋਂ ਬਿਨਾਂ ਅਰਥਾਂ ਤੋਂ ਪੜ੍ਹੀ, ਕਿਉਂਕਿ ਉਦੋਂ ਮੇਰੇ ਕੋਲ ਪੋਥੀਆਂ ਨਹੀਂ ਸਨ ਅਰਥਾਂ ਦੀਆਂ। 18 ਤਰੀਕ ਨੂੰ 18 ਅਗਸਤ ਨੂੰ ਮੈਂ ਖਾਲਸਾ ਸਕੂਲ 'ਚ ਮੇਰੀ ਬਦਲੀ ਹੋ ਗਈ। ਉੱਥੇ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਪੋਥੀਆਂ ਪਈਆਂ ਸਨ। ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਵੀ ਉੱਥੇ ਪਿਆ ਸੀ। ਫਰੀਦਕੋਟ ਟੀਕਾ ਜਿਹੜਾ 4 ਭਾਗਾਂ 'ਚ ਹੈ ਉਹ ਵੀ ਉੱਥੇ ਪਿਆ ਸੀ। ਉਸ ਤੋਂ ਬਾਅਦ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਜਿੰਨੀ ਵੀ ਬਾਣੀ ਪੜ੍ਹੀ ਅਰਥਾਂ ਸਮੇਤ ਹੀ ਪੜ੍ਹਦਾ। ਹੁਣ ਉਂਝ ਬਾਣੀ ਪੜ੍ਹਨ ਨੂੰ ਮੇਰਾ ਜੀਅ ਨਹੀਂ ਕਰਦਾ, ਸੱਚੀ ਗੱਲ ਹੈ। ਤੁਸੀਂ ਤਾਂ ਕਈ ਹੁਣ ਤੱਕ ਸਹਿਜ ਪੜ੍ਹ ਤਾਂ ਮੇਰੇ ਹੁਣ ਤੱਕ ਬੜੇ ਹੀ ਹੋ ਗਏ। ਕਿਉਂ? ਸਾਲ 'ਚ 2 ਵਾਰੀ ਤਾਂ ਸੰਥ ਹੀ ਹੁੰਦੀ ਹੈ। ਪਹਿਲਾਂ ਤਾਂ 4 ਵਾਰੀ ਹੁੰਦੀ ਸੀ, ਸਵੇਰੇ ਵੀ ਸ਼ਾਮ ਨੂੰ ਵੀ, ਅਤੇ ਸਾਲ 'ਚ 2 ਵਾਰੀ ਹੁੰਦੀ, 4 ਵਾਰੀ ਹੋ ਗਏ ਕਿ ਨਹੀਂ? ਸਾਲ 'ਚ 4 ਵਾਰੀ ਤਾਂ ਮੇਰੇ ਵੈਸੇ ਹੀ ਸਹਿਜ ਪਾਠ ਹੁੰਦੇ ਸੀ। ਅਤੇ ਕਿੰਨੇ ਹੀ ਸਾਲ ਹੋ ਗਏ, ਕਿੰਨੇ ਹੀ ਸਾਲ ਹੋ ਗਏ ਸੰਥਿਆ ਦਿੰਦੇ। ਇਸ ਲਈ ਮੇਰੇ ਤਾਂ ਸਹਿਜ ਪਾਠ ਹੀ 100 ਤੋਂ ਘੱਟ ਤੋਂ ਘੱਟ ਉੱਪਰ ਹੋ ਗਿਆ ਹੁਣ। ਖੈਰ ਮੈਂ ਉਂਝ ਨਹੀਂ, ਉਂਝ ਮੈਨੂੰ ਨਾ ਆਨੰਦ ਨਹੀਂ ਆਉਂਦਾ। ਮੈਂ ਭਾਵੇਂ ਥੋੜ੍ਹੀ ਬਾਣੀ ਪੜ੍ਹਾਂ, ਬਹੁਤ ਹੀ ਪੜ੍ਹਾਂ, ਮੈਂ ਅਰਥਾਂ ਸਮੇਤ ਹੀ ਪੜ੍ਹਦਾ। ਫਿਰ ਵੀ ਮੈਂ ਦੇਖਿਆ ਕਿ ਬਹੁਤ ਮਿਹਨਤ ਮੰਗਦੀ ਹੈ। ਆਹ ਦੇਖੋ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਨਹੀਂ, ਪਛਾਣੀ ਸੁਹਾਗਣੀ ਹੈ ਨਾ, ਪਛਾਣੀ ਇੱਕ ਵਚਨ ਹੈ, ਪਛਾਣੀ ਪਛਾਣਦੀ ਹੈ, ਪਛਾਣਦਾ ਹਾਂ। ਸੁਹਾਗਣੀ ਇਹ ਬਹੁਵਚਨ ਹੈ, ਬਿੰਦੀ ਲਾ ਕੇ। ਹਾਂ, ਮਨਮੁਖ ਬਹੁਵਚਨ ਹੈ, ਇਹ ਤਾਂ ਹੁੰਦੇ ਸਿਆਰੀ ਮਨਮੁਖ ਨੂੰ। ਉਹ ਤਾਂ ਅੱਗੋਂ 3 ਤੋਂ ਜਾ ਕੇ ਪਤਾ ਲੱਗੇਗਾ। ਹਾਂ, 3 ਤੋਂ ਜਾ ਕੇ ਪਤਾ ਲੱਗੇਗਾ ਕਿ ਪਛਾਣੀ ਜਿਹੜਾ ਸ਼ਬਦ ਹੈ ਇਹ ਇੱਕ ਵਚਨ ਹੈ ਕਿ ਬਹੁਵਚਨ ਹੈ। ਇਸ ਲਈ ਸਾਰੀ ਲਾਈਨ ਪੜ੍ਹ ਕੇ ਫਿਰ ਜਾ ਕੇ ਕਿਤੇ ਪਤਾ ਲੱਗਦਾ। ਉਹ ਵੀ ਜੇ ਅਸੀਂ ਬੜੇ ਧਿਆਨ ਨਾਲ ਇੱਕ ਲਾਈਨ ਕਰਕੇ ਪੜ੍ਹ ਰਹੇ ਹੋਈਏ ਤਾਂ, ਨਹੀਂ ਤਾਂ ਫਿਰ ਉਂਝ ਹੀ ਚੱਲ ਜਾਂਦਾ ਕੰਮ। ਔਰ ਜਿਹੜੇ ਪੇੜ ਪਾਠੀ ਇਹਨਾਂ ਨੂੰ ਮੈਂ ਮੱਥਾ ਮਾਰਦਾ ਰਹਿਣਾ। ਮੈਂ ਦੇਖੋ ਤੁਸੀਂ, ਤੁਹਾਨੂੰ ਕਿਤਾਬ ਦਿੱਤੀ ਹੈ, 2 ਸਾਲ ਹੋ ਚੱਲੇ ਨੇ, ਤੁਸੀਂ ਹਰ ਰੋਜ਼ ਫੈਸਲਾ ਕਰ ਲਓ ਮੈਂ 10 ਸਫ਼ੇ ਪੜ੍ਹਨੇ ਨੇ। ਪਹਿਲਾਂ ਜਿਹੜੇ ਉਚਾਰਨ ਦਿੱਤਾ ਹੈ ਕਿਤਾਬ, ਉਹ ਪਹਿਲਾਂ ਪੜ੍ਹੋ ਪਹਿਲੇ, ਫਿਰ ਪੋਥੀ ਤੋਂ ਉਹ ਸਫ਼ਾ ਪੜ੍ਹੋ, ਫਿਰ ਅਗਲੇ ਸਫ਼ੇ ਦਾ ਉਚਾਰਨ ਪਹਿਲਾਂ ਕਿਤਾਬ ਤੋਂ ਪੜ੍ਹੋ, ਫਿਰ ਜਿਹੜੀ ਤੁਹਾਡੇ ਪੋਥੀ ਹੈ ਉਸ ਤੋਂ ਦੂਜਾ ਸਫ਼ਾ ਪੜ੍ਹੋ। ਐਂ ਤੁਸੀਂ ਕਰਦੇ ਰਹੋ। ਜੇ 10 ਸਫ਼ੇ ਤੁਸੀਂ ਰੋਜ਼ ਪੜ੍ਹੋਗੇ ਤਾਂ 30 ਦਿਨਾਂ 300 ਸਫ਼ਾ ਹੋ ਗਏ। 5 ਮਹੀਨਿਆਂ 'ਚ ਤੁਹਾਡਾ ਇੱਕ ਵਾਰੀ ਸਹਿਜ ਪਾਠ ਹੋ ਜਾਏਗਾ ਪੋਥੀ ਅਨੁਸਾਰ। 6 ਮਹੀਨੇ ਲਾ ਲਓ, ਚਲੋ ਕਈ ਵਾਰੀ ਕਿਸੇ ਦੇ ਨਹੀਂ ਹੁੰਦੇ। ਸਾਲ 'ਚ 2 ਵਾਰੀ ਹੋ ਜਾਏਗਾ। 2-3 ਸਾਲਾਂ 'ਚ ਤੁਸੀਂ ਪਰਫੈਕਟ ਪਾਠੀ ਹੋ ਜਾਓਗੇ। ਪਰ ਇੰਨੀ ਮਿਹਨਤ ਕੌਣ ਕਰੇ? ਇਹਨੂੰ ਕੌਣ ਮਿਲ ਜਾਏ? ਅਲੱਗ ਅਸਲ ਤਾਂ ਕੰਮ ਮਿਲਣ ਲੱਗ ਪਏ, ਪਾਠ ਮਿਲਣ ਲੱਗ ਪਏ, ਚਲੋ ਠੀਕ ਹੈ।
ਇਹ ਤਾਂ ਬੜੀ ਮਿਹਨਤ ਦੀ ਲੋੜ ਹੈ। ਤੁਸੀਂ ਬੈਠੇ, ਤੁਹਾਡੇ ਸਾਰਿਆਂ ਨੂੰ ਕਿਤਾਬਾਂ ਲਈਆਂ ਤੁਸੀਂ, ਕਿੰਨੇ ਕੁ ਉਹਦੇ ਅਨੁਸਾਰ ਪਾਠ ਕਰਦੇ ਨੇ? ਕੋਈ ਵੀ ਨਾ। ਉਹ ਕਿਤੇ ਪਈ ਹੈ, ਤੁਹਾਡੀ ਪੋਥੀ ਕਿਤੇ ਹੈ। ਆ ਜਿਹੜੇ ਤੁਸੀਂ ਸਹਿਜ ਪੜ੍ਹਦੇ, ਭੋਗ ਪਾਉਂਦੇ ਹੋ, ਕੋਈ ਸੱਚੋ ਸੱਚ ਦੱਸੋ ਵੀ ਹਾਂ ਜੀ ਅਸੀਂ ਉਸ ਕਿਤਾਬ ਦੇ ਅਨੁਸਾਰ ਹੀ ਸਾਰਾ ਸਹਿਜ ਪਾਠ ਕੀਤਾ? ਕੋਈ ਵੀ ਨਾ। ਧੂਪ ਬੱਤੀ ਕਰ ਲਿਆ ਕਰੋ ਕਿਤਾਬ ਨੂੰ, ਹੁਣ ਮੱਥਾ ਟੇਕ ਲਿਆ ਕਰੋ ਮਹਾਰਾਜ। ਸ਼ੁਕਰ ਹੈ, ਜੋ ਕਰੂਗਾ ਉਹਨੂੰ ਹੀ ਪਾਠ ਆਵੇਗਾ। ਸੁਖਦੇਵ ਸਿੰਘ ਸੰਧੂ ਦਾ ਸ਼ੁੱਧ ਹੈ ਬਿਲਕੁਲ ਪਾਠ। ਹਲੇ ਮਿਹਨਤ ਕਰਦਾ, ਉਹ ਮਿਹਨਤ ਕਰਦਾ। ਰਘਬੀਰ ਸਿੰਘ ਦਾ ਠੀਕ ਹੈ, ਹਲੇ ਮਿਹਨਤ ਕੀਤੀ ਹੈ। ਜਿਹੜੇ ਮਿਹਨਤ ਕਰਦੇ ਨੇ ਉਹੀ ਜਾ ਕੇ ਗੱਲ ਬਣਦੀ ਹੈ। ਮੈਂ ਥੁੱਕੀ ਬੜੇ ਨਹੀਂ ਪੱਕਦੇ ਹੁੰਦੇ, ਲੋਕ ਥੁੱਕੀ ਬੜੇ ਪਕਾਉਂਦੇ ਨੇ। ਮਿਹਨਤ ਅੰਦਰ ਸ਼ੌਕ ਹੋਣਾ ਚਾਹੀਦਾ ਪਹਿਲਾਂ, ਵੀ ਮੈਂ ਸ਼ੁੱਧ ਪਾਠ ਕਰਨਾ ਤਾਂ ਜੇ ਗੁਰੂ ਮਹਾਰਾਜ ਮੇਰੇ 'ਤੇ ਖੁਸ਼ ਹੋ ਜਾਣ। ਤੁਹਾਡਾ ਸ਼ੁੱਧ ਪਾਠ ਸੁਣ ਕੇ ਲੋਕ ਖੁਸ਼ ਹੁੰਦੇ ਨੇ, ਤਾਂ ਗੁਰੂ ਕਿਉਂ ਨਹੀਂ ਖੁਸ਼ ਹੋਏਗਾ? ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਮੇਰ ਸਿੰਘ ਕਲੋਨੀ 'ਚ ਪਰਸੋਂ ਚੌਥੇ ਜਿਹੜਾ ਹੈ ਅਨਮੋਲ ਸਕੂਲ ਵਾਲਿਆਂ ਦੇ, ਉਹਨਾਂ ਦੀ ਮਾਂ ਮਰ ਗਈ, ਉਹਨਾਂ ਦੇ ਘਰ ਉਹਨਾਂ ਨੇ ਅਖੰਡ ਪਾਠ ਕਰਾਇਆ, ਸਾਡੇ ਪਾਠੀਆਂ ਨੇ ਕੀਤਾ। ਉਹ ਇੰਨੇ ਖੁਸ਼ ਹੋਏ ਪਾਠ ਸੁਣ ਕੇ, ਸਾਰਿਆਂ ਨੂੰ ਬਸਤਰ ਦਿੱਤੇ, ਕਹਿੰਦੇ ਬਹੁਤ ਵਧੀਆ ਤੁਸੀਂ ਪਾਠ ਕੀਤਾ। ਜੇ ਆਮ ਪਬਲਿਕ ਨੂੰ ਪਤਾ ਹੈ ਵੀ ਹਾਂ ਇਹ ਪਾਠ ਇਹਨਾਂ ਦਾ ਠੀਕ ਹੈ, ਤੇ ਗੁਰੂ ਮਹਾਰਾਜ ਕਿਉਂ ਨਹੀਂ ਖੁਸ਼ ਹੋਣਗੇ? ਇਸ ਲਈ ਤੇ ਅਸੀਂ ਗੁਰੂ ਨੇ ਤਾਂ ਖੁਸ਼ ਕਰਨਾ, ਪਬਲਿਕ ਨੇ ਤਾਂ ਆਪੇ ਹੀ ਖੁਸ਼ ਹੋ ਜਾਣਾ। ਜਦੋਂ ਗੁਰੂ ਖੁਸ਼ ਹੋ ਕੇ ਕਿਸੇ ਸਿੱਖ ਤੇ, ਪਬਲਿਕ ਤੇ ਆਪੇ ਹੀ ਖੁਸ਼ ਹੋ ਜਾਂਦੀ ਹੈ। ਤੇ ਨਾਲ ਕਹਿੰਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਨਹੀਂ, ਜੇ ਕਲਗੀਆਂ ਵਾਲਾ ਨਹੀਂ ਨਾ ਰੁੱਸੇਗਾ, ਕੋਈ ਵੀ ਨਹੀਂ ਰੁੱਸਦਾ। ਇਹ ਦੂਜੇ ਰੁੱਸਦੇ ਹੀ ਤਾਂ ਨੇ, ਸਾਡੇ ਨਾਲ ਕਲਗੀਆਂ ਵਾਲਾ ਰੁੱਸ ਗਿਆ। ਜਿਹਦੇ ਨਾਲ ਕਲਗੀ ਵਾਲਾ, ਉਹਦੇ ਨਾਲ ਰੁੱਸਦਾ ਹੀ ਕੋਈ ਨਹੀਂ ਹੈ। ਜਿਸ ਤੇ ਰੱਬ ਖੁਸ਼ ਹੋ ਤੇ ਸੰਸਾਰ ਤੇ ਆਪੇ ਖੁਸ਼ ਹੈ, ਉਹ ਸੰਸਾਰ ਤੇ ਆਪੇ ਖੁਸ਼ ਹੈ। ਇਸ ਲਈ ਇਸ ਤਰ੍ਹਾਂ ਸਿੱਖ ਇੱਕ ਪਾਠ ਕਰ ਰਿਹਾ ਸੀ, ਉੱਥੇ ਆ ਗਿਆ ਵੀ ਜਾਂ ਤੇ ਪਰਮਾਤਮਾ ਜਾਣਦਾ ਜਾਂ ਕਹਿ ਜਾਣੇ ਗੁਰਸੂਰਾ। ਗੁਰੂ ਮਹਾਰਾਜ ਦਸਮ ਪਾਤਸ਼ਾਹ ਕੋਲੋਂ ਲੰਘਦੇ ਸੀ, ਉਹ ਇੱਕ ਸਿੱਖ ਨੂੰ ਕਹਿੰਦੇ ਇਹਦਾ ਗੁਟਕਾ ਪੁੱਤੇ ਹੱਥ 'ਚੋਂ ਫੜ ਲੈ, ਦੋ ਥੱਪੜ ਮਾਰ ਦੇ। ਉਹਨੂੰ ਉਸਤਰੀ ਕਰਦਾ, ਉਹਦਾ ਗੁਟਕਾ ਲੈ ਲੈ, ਉਹਦੇ ਦੋ ਥੱਪੜ ਲਾ ਦੇ। ਉਹ ਦਸਮ ਪਾਤਸ਼ਾਹ ਕਹਾਏਗਾ ਕਿ ਦੇਖੋ ਜੀ ਕਿੰਨੀ ਬੇਅਦਬੀ ਇਸਨੇ ਕੀਤੀ ਹੈ, ਮੈਂ ਪਾਠ ਕਰ ਰਿਹਾ ਸੀ, ਇਹਨੇ ਮੇਰੇ ਥੱਪੜ ਮਾਰਿਆ। ਕਹਿੰਦੇ ਮੈਂ ਹੀ ਇਹਨੂੰ ਕਿਹਾ ਸੀ, ਜਿਹੜਾ ਤੂੰ ਪਾਠ ਕੇ ਨੇ ਕਹਿ ਜਾਣੇ ਗੁਰਸੂਰ, ਕਹਿ ਜਾਣੇ ਗੁਰਸੂਰ ਦਾ ਮਤਲਬ ਗੁਰੂ ਨੂੰ ਕੀ ਪਤਾ ਹੈ? ਵੀ ਤੁਹਾਨੂੰ ਗੁਰੂ ਨੂੰ ਪਤਾ ਹੀ ਨਹੀਂ। ਉੱਥੇ ਲਿਖ, ਉੱਥੇ ਉਹ ਉਹਨੇ ਪੜ੍ਹਤਾ ਕੀ ਜਾਣੇ ਗੁਰਸੂਰਾ ਹੈਗਾ ਸੀ, ਕਹਿ ਜਾਣੇ ਗੁਰਸੂਰਾ। ਕਹਿ ਹੁੰਦਾ ਜਾਂ, ਬਈ ਜਾਂ ਰੱਬ ਜਾਣਦਾ ਜਾਂ ਬਹਾਦਰ ਗੁਰੂ ਜਾਣਦਾ। ਉਹਨੇ ਕਹਿ ਨੂੰ ਬੋਲਤਾ ਕੇ, ਅਤੇ ਕੇ ਦਾ ਅਰਥ ਵੀ ਕੀ ਜਾਣਦਾ? ਜਦ ਮੈਂ ਕੁਛ ਨਹੀਂ ਜਾਣਦਾ। ਅਗਲਾ ਕਹਿ ਤੂੰ ਕੀ ਜਾਣਦਾ? ਤੂੰ ਤਾਂ ਕੀ ਮਤਲਬ ਹੈ ਵੀ ਤੈਨੂੰ ਕੁਛ ਨਹੀਂ ਆਉਂਦਾ? ਕਹਿ ਤਾਂ ਤੈਨੂੰ ਕੁੱਟ ਪਈ। ਇੰਨਾ ਖਿਆਲ ਰੱਖਣਾ, ਸਾਨੂੰ ਤਾਂ ਪਤਾ ਨਹੀਂ ਕਿੰਨੀਆਂ ਰੋਜ਼ ਚਪੇੜਾਂ ਪੈਂਦੀਆਂ ਉਹਨੇ। ਕਿਉਂ? ਕਹੇ ਨੂੰ ਅਸੀਂ ਕਹੇ ਬੋਲੀ ਜਾਂਦੇ, ਰਹਿ ਨੂੰ ਰਹੇ ਬੋਲੀ ਜਾਂਦੇ, ਜੈ ਨੂੰ ਜੈ ਬੋਲੀ ਜਾਂਦੇ। ਸਾਨੂੰ ਇੰਨੀ ਨਹੀਂ ਪਤਾ ਜੱਜਰ ਸਿਹਾਰੀ ਲੱਗੇ, ਪਤਾ ਨਹੀਂ ਕਿੱਥੋਂ ਅਨਪੜ੍ਹ ਟੋਲਾ ਜਿਹਾ ਇਕੱਠਾ ਹੋ ਗਿਆ। ਉੱਥੇ ਲਿਖੇ ਜੇ, ਜੱਜਰ ਸਿਹਾਰੀ ਜੇ। 99% ਪਾਠੀ ਕਹਿਣਗੇ ਜੈ। ਉੱਥੇ ਲਿਖੇ ਕੇ, ਕਹਿਣਗੇ ਕਹਿ। ਉੱਥੇ ਲਿਖਿਆ ਤੇ, ਕਹਿਣਗੇ ਤੈ। ਉੱਥੇ ਲਿਖਿਆ ਮਹਿਰਾਮਤ, ਕਹਿਣਗੇ ਮਹਿਰਾਮਤ। ਦੱਸ ਲੈ, ਜਾਂ ਤਾਂ ਅੰਨੇ ਨੇ ਤੇ ਜਾਂ ਪੰਜਾਬੀ ਨਹੀਂ ਆਉਂਦੀ ਹੋਣੀ, ਤਾਂ ਉਹਨਾਂ ਨੂੰ ਪਤਾ ਹੋਵੇ ਵੀ ਅੰਨੇ ਨੇ। ਜਦੋਂ ਬੰਦਾ ਧਿਆਨ ਨਾਲ ਨਾ ਤੁਰੇ ਜਵਾਕ ਅਤੇ ਠੁੱਡਾ ਵੱਜੇ, ਅਤੇ ਫਿਰ ਮਾਂ ਕਹਿੰਦੀ ਅੰਨੇ, ਜਾਂ ਤਾਂ ਇਹੋ ਜਿਹੇ ਅੰਨੇ ਨੇ, ਅਤੇ ਜਾਂ ਫਿਰ ਪਤਾ ਹੀ ਨਹੀਂ ਸਿਹਾਰੀ ਦੀ ਆਵਾਜ਼ ਕੀ ਹੁੰਦੀ, ਜਾਂ ਫਿਰ ਇਹ ਕੁੱਲ 4 ਸ਼ਬਦ ਨੇ, ਜੇ, ਕੇ, ਤੇ,
ਮਿਹਰਾਮਤ। ਲੈ 4 ਹੀ ਨਹੀਂ ਬੋਲੇ, 99% ਪਾਠੀਆਂ ਨਹੀਂ ਬੋਲਣ ਨਹੀਂ ਉਹਦੇ। ਤਰਸ ਪਿਆ ਮਿਹਰਾਮਤ ਹੋਈ, ਐਂ ਕਹਿਣਗੇ ਤਰਸ ਪਿਆ ਮਿਹਰਾਮਤ ਹੋਈ। ਉਹ ਭਲੇ ਮਾਨਸੋ ਮਿਹਰ ਤੋਂ ਬਣਿਆ, ਮਿਹਰ ਹੁੰਦਾ ਕਿ ਮਹਿਰ ਹੁੰਦਾ? ਦਾਤੇ ਦੀ ਬੜੀ ਮਿਹਰ ਹੈ, ਕੋਈ ਉਹ ਕੀ ਹੁੰਦਾ ਓਏ? ਆਪੇ ਹੀ ਕਿ ਦਾਤੇ ਦੀ ਬੜੀ ਮਿਹਰ ਹੈ, ਮਿਹਰ ਹੀ ਕਹਿਣਾ, ਜੋ ਮਰਜ਼ੀ ਬੋਲੇ ਜੇ ਬੋਲੇ। ਔਰ ਕਦ ਬਲ ਹੋ ਗਿਆ, ਲਿਓ ਜੀ ਸਾਡਾ $250 ਰੁਪਈਆ ਦੇ, ਅਸੀਂ 2 ਘੰਟੇ ਲਾ ਲੈਣੇ, ਬੜਾ ਕੰਮ। ਇੱਕ ਨੂੰ ਮੈਂ ਬਾਜਵੇ ਇੱਕ ਥਾਂ ਮੈਂ ਗਿਆ, ਬਾਜ ਗਿਆ, ਮੈਂ ਤੁਸੀਂ ਕਿੰਨਾ ਪੜ੍ਹੇ ਹੋ ਜੀ? ਕਹਿੰਦੇ ਮੈਂ 5 ਜਮਾਤਾਂ ਪੜ੍ਹੇ। ਮੈਂ ਅੱਗੇ ਕਿਉਂ ਨਹੀਂ ਪੜ੍ਹੇ? ਕਹਿੰਦਾ ਮੇਰਾ ਭਰਾ ਤਾਂ SDO ਹੈ। ਮੈਂ ਕਹਿੰਦੇ ਪੜ੍ਹੇ ਹੀ ਨਹੀਂ। ਮੇਰੇ ਬਾਪ ਕਹਿੰਦਾ ਤੇਰਾ ਭਰਾ ਪੜ੍ਹਦਾ, ਤੂੰ ਵੀ ਪੜ੍ਹ ਲੈ। ਕਹਿੰਦਾ ਮੈਂ ਲਾਪਰਵਾਹ ਸੀ, ਪੜ੍ਹੇ ਹੀ ਨਹੀਂ, 5ਵੀਂ 'ਚੋਂ ਹਟ ਗਿਆ। ਫਿਰ ਲੱਗਾ ਭੁੱਖਾ ਮਰਨ, ਵੀ ਹੁਣ ਕੀ ਕਰੀਏ? ਫਿਰ ਕਿਸੇ ਤੋਂ ਤੁਹਾਡੇ ਵਰਗੇ ਤੋਂ ਪਾਠ ਸਿੱਖ ਲਿਆ, ਚਲੋ ਹੁਣ ਗੁਜ਼ਾਰਾ ਹੋਣ ਲੱਗ ਗਿਆ। ਬਸ ਫਿਰ ਮੈਂ ਠੀਕ ਹੈ, ਹੁਣ ਤਾਂ ਫਿਰ ਤਰਸ ਪਿਆ ਮਿਹਰਾਮਤ ਹੀ ਪੜ੍ਹੇਗਾ ਤੂੰ। ਦੁੱਖ ਦੀ ਗੱਲ ਇਹ ਹੈ ਕਿ ਇਹ ਧਾਰਮਿਕ ਬੰਦਾ ਜਿਹੜਾ ਇਹ ਬਹੁਤੇ ਅਨਪੜ੍ਹ ਟੋਲਾ ਹੈ, ਇਸ ਪਾਸੇ ਨਾ ਆਉਂਦੇ ਨੇ। ਦੇਖੋ ਭਾਈ ਹੈ ਗੁਰਦੁਆਰਾ, 10,000 ਰੁਪਈਆ ਮਹੀਨਾ ਲੈਂਦਾ। ਇੱਕ ਤੁਹਾਡਾ ਮੁੰਡਾ ਹੈ, ਉਹ ਨੌਕਰੀ ਕਰਦਾ ਹੈ, ਉਹ 8,000 ਰੁਪਏ ਮਹੀਨਾ ਲੈਂਦਾ ਹੈ। ਹੁਣ ਵਿਆਹ ਕਰਨਾ, ਇੱਕ ਬੰਦਾ ਵੇਖਣਾ ਦੋਨਾਂ ਨੂੰ। ਹਾਂ ਕਾਕਾ ਤੂੰ ਕੀ ਕਰਦਾ? ਮੈਂ ਜੀ ਪਾਠੀ ਹਾਂ। ਕਾਕਾ ਤੂੰ ਕੀ ਕਰਦਾ? ਮੈਂ ਨੌਕਰੀ ਕਰਦਾ। ਕਾਕਾ ਤੇਰੀ ਕਿੰਨੀ ਤਨਖਾਹ? ਪਾਠੀ ਕਹਿੰਦਾ 10,000। ਕਾਕਾ ਤੇਰੀ ਕਿੰਨੀ ਤਨਖਾਹ? ਕਹਿੰਦਾ 8,000। ਕਹਿੰਦਾ ਕੋਈ ਗੱਲ ਨਹੀਂ, 8,000 ਹੀ ਸਹੀ, ਨੌਕਰੀ ਤਾਂ ਕਰਦਾ ਨਾ। ਅਤੇ ਦੂਜਾ ਕਿ ਉਹਨੂੰ ਪਿੱਛੇ ਚਪੜਾਸ ਕਰਦਾ। ਉਹ ਕਿਉਂ? ਲੋਕਾਂ ਦੀ ਨਜ਼ਰਾਂ 'ਚ ਪਾਠੀ ਪੁੱਠੀ ਹੋਣਾ ਕੋਈ ਕੀਮਤ ਹੀ ਨਹੀਂ ਰੱਖਦਾ ਵੇ, ਤਾਂ ਐਵੇਂ ਨਹੀਂ। ਤੁਸੀਂ ਕਦੇ ਵੀ ਕਿਸੇ ਪਾਠੀ ਨੂੰ ਆਪਣੀ ਧੀ ਨਹੀਂ ਦਿਓਗੇ, ਚਾਹੇ 15,000 ਰੁਪਏ ਮਹੀਨਾ ਕਿਉਂ ਨਾ ਕਮਾਉਂਦਾ, ਕਦੇ ਨਹੀਂ ਦਿਓਗੇ। ਲੋਹੇ ਤੋਂ ਪਾਠੀ ਹੈ। ਨੌਕਰੀ 6,000 'ਤੇ ਵੀ ਕਰ ਰਿਹਾ ਤਾਂ ਵੀ ਧੀ ਦੇ ਦੇਗਾ, ਚੱਲ ਨੌਕਰੀ ਕਰਦਾ ਜੀ, 5-6,000 ਹੀ ਹੈ। ਨਾ ਸਟੇਟਸ ਹੋਣ ਕਰਕੇ ਅਗਲਾ ਇੱਧਰ ਨੂੰ ਆਉਂਦਾ ਹੀ ਨਹੀਂ, ਕੁਆਲੀਫਾਈਡ ਬੰਦੇ ਆਉਂਦੇ ਹੀ ਨਹੀਂ ਇੱਧਰ ਨੂੰ। ਮੈਂ ਕਿਹੜਾ ਕਿਸੇ ਗੁਰਦੁਆਰੇ 'ਚ ਲੱਗਾ, ਨਹੀਂ ਤਾਂ ਮੈਂ ਵੀ ਨਹੀਂ ਸੀ ਲੱਗਣਾ। ਮੈਂ ਕਿਸੇ ਗੁਰਦੁਆਰੇ 'ਚ ਨੌਕਰੀ ਨਹੀਂ ਕਰਦਾ, ਨਹੀਂ ਤਾਂ ਮੈਂ ਆਉਣਾ ਹੀ ਨਹੀਂ ਸੀ। ਮਿਲਾ ਗੁਰਦੁਆਰੇ ਭਾਈ ਬਣਨਾ, ਮੈਂ ਹੋਣਾ ਹੀ ਨਹੀਂ ਸੀ। ਇਹ ਗਿਆਨੀ ਜੀ ਪ੍ਰਧਾਨ ਸਨ ਇੱਕ ਗੁਰਦੁਆਰੇ ਦੇ। ਉਸ ਗੁਰਦੁਆਰੇ ਵਾਲੇ ਕਹਿੰਦੇ ਵੀ ਭਿੰਡਰ ਸਾਹਿਬ ਨੂੰ ਕਹੋ ਸਾਡੇ ਕਥਾ ਕਰਿਆ ਕਰਨ। ਉਹ ਮੈਨੂੰ ਕਹਿੰਦੇ ਜੀ, ਮੈਂ ਸੁਣੋ ਗਿਆਨੀ ਜੀ, ਅੱਜ ਤੁਸੀਂ ਪ੍ਰਧਾਨ ਹੋ, ਅਗਲੇ ਸਾਲ ਤੁਹਾਨੂੰ ਪ੍ਰਧਾਨਗੀ ਜਦੋਂ ਦਿੰਦੇ ਨੇ ਹਟਾ, ਅਤੇ ਉਹਨਾਂ ਨੇ ਮੈਨੂੰ ਵੀ ਕਹਿਣਾ ਭਿੰਡਰ ਸਾਹਿਬ ਦੀ ਟਿੰਡ ਫੋੜੀ ਚੱਕੋ, ਅਸੀਂ ਨਹੀਂ ਤੁਹਾਡੇ ਤੋਂ ਕਥਾ ਕਰਨੀ, ਜਾਓ। ਮੈਂ ਇਹਨਾਂ ਦਾ ਗੁਲਾਮ ਹੋ ਗਿਆ? ਮੈਂ ਤੁਹਾਡੀ ਕਮੇਟੀ ਦਾ ਗੁਲਾਮ ਹੋਣਾ? ਮੈਂ ਨਹੀਂ ਤੁਹਾਡੀ ਕਮੇਟੀ ਦਾ ਗੁਲਾਮ ਹੁੰਦਾ। ਹਾਂ ਜਿਹਨੇ ਕਥਾ ਸੁਣਨੀ ਆ ਇੱਥੇ ਆ ਕੇ ਸੁਣ ਲਿਆ ਕਰੋ, ਮੈਂ ਨਹੀਂ ਕਿਤੇ ਜਾ ਕੇ ਕਥਾ ਕਰਨੀ। ਸਾਰੇ ਗੁਲਜ਼ਾਰ ਸਿੰਘ ਨੂੰ ਕਹੇ ਤੂੰ ਸਾਡੇ ਗੁਰਦੁਆਰੇ ਚਲੋ ਚੱਲ ਕਿਤੇ, ਉੱਥੇ ਇਕੱਲਾ ਬਾਬਾ ਜੀ ਚੱਲਦੀ ਹੈ, ਮੈਂ ਜਾਣਾ ਅਤੇ ਬਾਬਾ ਜੀ ਜਾਣਾ। ਤੁਸੀਂ ਤਾਂ 9 ਘਰੋਂ ਲੜ ਕੇ ਆਓਗੇ, ਮੇਰੇ 'ਤੇ ਰੋਹ ਪਾਈ ਜਾਵੋਗੇ, ਡਿੱਗਾ ਖੋਤੀ 'ਤੇ ਗੁੱਸਾ ਘੁਮਿਆਰ 'ਤੇ। ਕਦੇ ਮੈਂ 9 ਦੀ ਕਰਾਂਗਾ ਅਤੇ ਚਮਚਾਗਿਰੀ, ਮੈਨੂੰ ਕਹਿਣ ਲੱਗਦਾ ਤੁਹਾਡੇ। ਮੈਂ ਤਾਂ ਉੱਥੇ ਹੀ ਠੀਕ ਆ, ਸਤਸੰਗ ਆਨੰਦ ਹੈ, ਨਾ ਖੈਂ ਕਰਨਾ, ਨਾ ਟੈਂ ਕਰਨ ਵਾਲਾ। ਬਾਬਾ ਜੀ ਦੇ ਮੈਂ ਹਾਂ, ਹੋਰ ਤਾਂ ਕੋਈ ਦਖਲ ਅੰਦਾਜ਼ੀ ਕੋਈ ਕਰਦਾ ਨਹੀਂ। ਇੱਥੇ ਤੁਸੀਂ ਦਖਲ ਅੰਦਾਜ਼ੀ ਕਰੀ ਜਾਓਗੇ। ਤੁਸੀਂ ਕਿੰਨੇ ਹੀ ਸਾਲ 'ਚ ਹਟਾਤੇ ਮੇਰੇ ਸਾਹਮਣੇ, ਕੁਝ ਮਹੀਨੇ ਬਾਅਦ ਮੈਨੂੰ ਵੀ ਹਟਾ ਦਿਓਗੇ, ਕਦੇ ਮੈਨੂੰ ਲੱਗਦਾ ਤੁਹਾਡੇ। ਸੋ ਇਸ ਲਈ ਇਹ ਜਿਹੜਾ ਹੈ, ਇਹ ਪਾਸਾ ਜਿਹੜਾ ਲੋਕਾਂ ਦੀ ਨਜ਼ਰਾਂ 'ਚ ਬਹੁਤਾ ਵਧੀਆ ਨਹੀਂ ਹੈ। ਕਹਿੰਦੇ ਨੇ ਬਾਬਾ ਜੀ, ਇੱਕ ਡਾਕਟਰ ਨੇ ਕਿਹਾ ਸੀ, ਮੈਂ ਕਿਹਾ ਸੀ, ਮੈਂ ਕਹਿੰਦੇ ਕੰਮ ਕੀ ਕਰਦਾ? ਮੈਂ ਕਿਹਾ ਕੀਰਤਨ ਕਰਦਾ। ਕਹਿੰਦੇ ਉਹ ਤਾਂ ਠੀਕ ਆ, ਕੰਮ ਕੀ ਕਰਦਾ? ਕਹਿੰਦੇ ਉਹ ਤਾਂ ਜਿਹੜਾ ਕੀਰਤਨ ਦਾ ਤਾਂ ਐਵੇਂ ਹੀ ਹੈ, ਵੀ ਕੰਮ ਕੀ ਕਰਦਾ? ਕੰਮ ਕੀ ਕਰਦਾ? ਸੋ ਗੁਰੂ ਮਹਾਰਾਜ ਕਹਿੰਦੇ। ਸੋ ਚਲੋ ਆਪਾਂ ਤਾਂ ਰਿਟਾਇਰ ਹੋਏ ਹਾਂ। ਜਿਹੜਾ ਆਪ ਜਿਹੜਾ ਵੀ ਮੇਰੀ ਗੱਲ ਸੁਣ ਰਿਹਾ ਨਾ, ਉਹਨੂੰ ਬੇਨਤੀ ਹੈ, ਬਾਣੀ 'ਤੇ ਮਿਹਨਤ ਕਰੋ। ਤੁਹਾਨੂੰ ਕਿਤਾਬ ਦਿੱਤੀ ਹੋਈ ਹੈ, ਕੋਲ ਤੁਹਾਡੇ ਟੀਚਰ ਬੈਠੇ, ਕਿਤਾਬ ਟੀਚਰ ਹੀ ਹੁੰਦੀ।
ਢੰਗ ਕੀ ਹੈ? ਪਹਿਲਾਂ ਕਿਤਾਬ ਦੇ ਵਿੱਚ ਜਿਹੜੀ ਮੈਂ ਕਿਤਾਬ ਛਾਪੀ ਉਸ ਦੇ ਵਿੱਚ ਜਿਹੜੇ ਉਚਾਰਨ ਦਿੱਤੇ ਹੋਏ ਨੇ, ਪਹਿਲਾਂ ਉਸ ਕਿਤਾਬ ਤੋਂ ਉਚਾਰਨ ਪੜ੍ਹੋ ਉਸ ਇੱਕ ਸਫ਼ੇ ਦੇ, ਫਿਰ ਜਿਹੜੀ ਹੈ ਪੋਥੀ ਪੜ੍ਹਨ ਲੱਗੋ ਆਪਣੀ। ਫਿਰ ਤੁਹਾਨੂੰ ਕਿਤੇ ਕੋਈ ਦਿੱਕਤ ਆਉਂਦੀ ਹੈ, ਡਾਊਟ ਹੈ, ਫਿਰ ਮੁੜ ਕੇ ਕਿਤਾਬ ਵੇਖ ਲਓ ਤਾਂ ਜੋ ਤੁਹਾਡਾ ਪਾਠ ਸ਼ੁੱਧ ਹੋ ਜਾਵੇ। ਨਵੀਂ ਛਪ ਰਹੀ ਹੈ, ਉਹ 'ਚ ਨਾਲ ਔਖੇ ਸ਼ਬਦਾਂ ਦੇ ਅਰਥ ਵੀ ਨੇ। ਪਹਿਲੀ ਕਿਤਾਬ ਜਿਹੜੀਆਂ ਗਲਤੀਆਂ ਰਹਿ ਗਈਆਂ ਸਨ ਉਹ ਨਵੀਂ ਕਿਤਾਬ ਦੂਰ ਕਰ ਦਿੱਤੀਆਂ ਗਈਆਂ। ਸਿਰਫ ਉਹ ਸੁੱਕ ਰਹੀ ਹੈ, ਕਿਉਂਕਿ ਕਹਿੰਦੇ ਸਰਦੀ ਹੋਣ ਕਰਨਾ ਸੁੱਕਣ 'ਤੇ ਟਾਈਮ ਲੱਗੇ, 10-15 ਦਿਨਾਂ ਬਾਅਦ ਤੁਹਾਡੇ ਕੋਲ ਪਹੁੰਚ ਜਾਏ ਕਿਤਾਬ। ਫਿਰ ਜਿਹੜਾ ਹੈ ਉਹ ਲੈ ਲਿਓ ਤੁਸੀਂ। ਉਹੀ ਤਾਂ ਉਹ ਜਿਹੜੀ ਹੈ 250 ਦੀ ਇੱਕ ਕਿਤਾਬ ਪਹਿਲੀ ਜਿਹੜੀ ਸੀ, ਉਹ ਜਿਹੜੀ ਉਹ 100 ਸੀ ਉਹਦੀ ਕੀਮਤ, ਅਤੇ ਆਪਾਂ 50 ਦੀ ਦਿੰਦੇ ਸੀ। ਹੁਣ ਇਸ 'ਤੇ ਲਾਗਤ 250 ਹੈ, ਹੁਣ 100 ਦੀ ਦਿਆ ਕਰਾਂਗੇ, ਕਿਉਂਕਿ ਜੇ ਮੁਫਤ ਦੇਈਏ ਨਾ ਕੋਈ ਕੀਮਤ ਨਹੀਂ ਪਾਉਂਦਾ। ਉਹਦੇ ਦੀ ਟੋਕਰੀ ਸੁੱਟਦੇ ਵੀ ਚੱਲ 2-3 ਰੁਪਏ ਦੀ ਵੇਚੀ ਜਾਵੇਗੀ, ਇਹੀ ਵੇਚ ਦਿਓ, ਆਪਾਂ ਕਿਹੜਾ ਕੋਈ ਪੈਸਾ ਦਿੱਤਾ। ਸੋ ਗੁਰੂ ਮਹਾਰਾਜ ਕਹਿੰਦੇ ਗਰਭ ਅਟੀਆਂ ਤ੍ਰਿਸ਼ਨਾ ਜਲੈਂ, ਦੁਖ ਪਾਵੈਂ ਦੂਜੈ ਭਾਏ, ਸ਼ਬਦ ਰਤੀਆਂ ਸੁਹਾਗਣੀ, ਤਿਨ ਵਿੱਚੋਂ ਹਉਮੈ ਜਾਏ, ਸਦਾ ਪਿਰ ਰਾਵੇਂ ਆਪਣਾ, ਤਿਨਾ ਸੁਖੇ ਸੁਖ ਵਿਹਾਏ। ਮੁੰਦੇ ਹਾਂ ਰਹਾਓ, ਮਨਮੁਖ ਕੰਤ ਨਾ ਪਛਾਣੀ। ਜਿਹੜੇ ਮਨਮੁਖ ਜੀਵ ਇਸਤਰੀਆਂ ਨੇ ਇਹਨਾਂ ਨੂੰ ਪ੍ਰਭੂ ਪਤੀ ਦਾ ਪਤਾ ਹੀ ਨਹੀਂ ਹੈਗਾ। ਤਿੰਨ ਕਿਉਂ ਰਹਿਣ ਵਿਹਾਏ, ਇਹਨਾਂ ਦੇ ਜੀਵਨ ਰੂਪੀ ਰਾਤ ਕਿਵੇਂ ਬੀਤ ਸਕਦੀ ਹੈ ਸੁੱਖ ਨਾਲ। ਇੱਥੇ ਰਹਿਣ ਰਾਤ ਤੋਂ ਭਾਵ ਜੀਵਨ ਰੂਪੀ ਰਾਤ, ਵਿਹਾਏ ਹੁੰਦਾ ਬੀਤਣਾ। ਇਹ ਕਿਸ ਤਰ੍ਹਾਂ ਬੀਤੇਗੀ ਇਹਨਾਂ ਦੇ? ਗਰਭ ਅਟੀਆਂ ਤ੍ਰਿਸ਼ਨਾ ਜਲੈਂ, ਗਰਭ ਹੰਕਾਰ ਨਾਲ, ਅਟੀਆਂ ਦੀਆਂ ਭਰੀਆਂ ਹੋਈਆਂ ਅਟੀਆਂ, ਗਰਭ ਅਟੀਆਂ ਤ੍ਰਿਸ਼ਨਾ ਜਲੈਂ, ਇਹ ਹੰਕਾਰ ਨਾਲ ਭਰੀਆਂ ਹੋਈਆਂ ਨੇ, ਤ੍ਰਿਸ਼ਨਾਵਾਂ ਦੇ ਵਿੱਚ ਸੜ ਰਹੀਆਂ ਨੇ, ਜਲੈਂ ਸੜ ਰਹੀਆਂ। ਦੁੱਖ ਪਾਵੈਂ ਦੂਜੇ ਪਾਏ, ਦੂਜੇ ਪਾਏ ਮਾਇਆ ਨਾਲ ਮੋਹ, ਇਹਨਾਂ ਦਾ ਮਾਇਆ ਨਾਲ ਮੋਹ ਹੈ, ਇਸ ਲਈ ਇਹ ਨਾਮ ਜਪਦੀਆਂ ਨਹੀਂ, ਹੰਕਾਰ ਨਾਲ ਭਰੀਆਂ ਹੋਈਆਂ ਹਨ, ਤ੍ਰਿਸ਼ਨਾ ਵਿੱਚ ਸੜ ਰਹੀਆਂ ਹਨ, ਇਸ ਲਈ ਇਹ ਦੁੱਖ ਪਾਉਂਦੀਆਂ ਹਨ, ਇਹ ਦੁੱਖ ਹੀ ਰਹਿੰਦੀਆਂ। ਇਹਨਾਂ ਦੇ ਉਲਟ ਦੱਸਿਆ, ਸ਼ਬਦ ਰਤੀਆਂ ਸੁਹਾਗਣੀ, ਜਿਹੜੀਆਂ ਨਾਮ ਨਾਲ ਰੰਗੀਆਂ ਗਏ ਨੇ ਅਸਲ 'ਚ ਉਹ ਸੁਹਾਗਣਾ ਨੇ। ਜਿਨ ਵਿੱਚੋਂ ਹਉਮੈ ਜਾਏ, ਉਹਨਾਂ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ। ਫਿਰ ਕੀ ਕਰਦੇ ਹੈ? ਸਦਾ ਪਿਰ ਰਾਵੇਂ ਆਪਣਾ, ਰਾਵੇਂ ਦੇ ਪਿਆਰ ਕਰਨਾ, ਉਹ ਸਦਾ ਹੀ ਫਿਰ ਆਪਣੇ ਪਤੀ ਦਾ ਪ੍ਰਭੂ ਦਾ ਪਿਆਰ ਮਾਣਦੀਆਂ ਹਨ। ਤਿੰਨਾਂ ਸੁਖੇ ਸੁਖ ਵਿਹਾਏ, ਉਹਨਾਂ ਦੇ ਜੀਵਨ ਸੁੱਖ ਵਿੱਚ ਬੀਤਦਾ ਹੈ, ਸੁੱਖ ਨਾਲ ਉਹਨਾਂ ਦਾ ਜੀਵਨ ਬੀਤਦਾ ਹੈ। ਕੁਦਰਤੀ ਗੱਲ ਹੈ, ਜਿਸ ਔਰਤ ਨੂੰ ਆਪਣਾ ਪਤੀ ਪਿਆਰ ਕਰਦਾ ਹੈ ਉਹ ਆਨੰਦ 'ਚ ਰਹਿੰਦੀਆਂ ਹਨ। ਗਿਆਨ ਵਿਹੂਣੀ ਪਿਰ ਮੁਤੀਆਂ, ਪਿਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ, ਬਿਨ ਫਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲਿਓ, ਮੈਂ ਫਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ, ਫਿਰ ਪਾਇਆ ਸੱਚ ਸਮਾਏ। ਗਿਆਨ ਵਿਹੂਣੀ ਪਿਰ ਮੁਤੀਆਂ, ਜਿਹੜੀਆਂ ਗਿਆਨ ਤੋਂ ਹੀਣੀਆਂ ਹਨ, ਜੋ ਅਗਿਆਨੀ ਹਨ, ਪਰਮਾਤਮਾ ਨੇ ਪਤੀ ਨੇ ਉਹਨੂੰ ਛੱਡ ਦਿੱਤਾ। ਮੁਤੀਆਂ ਛੁੱਟੜ, ਉਹ ਛੁੱਟੜ ਨੇ। ਪਿਰਮ ਨਾ ਪਾਇਆ ਜਾਵੇ, ਉਹਨਾਂ ਨੂੰ ਪ੍ਰਭੂ ਪਤੀ ਦਾ ਪਿਆਰ, ਪਿਰਮ ਪਿਆਰ ਨੂੰ ਕਹਿੰਦੇ, ਉਹਨਾਂ ਪ੍ਰਭੂ ਪਤੀ ਦਾ ਪਿਆਰ ਹੀ ਨਹੀਂ ਮਿਲਦਾ, ਕਿਉਂਕਿ ਤੇ ਛੁੱਟੜ ਨੇ, ਉਹ ਤੇ ਗਿਆਨ ਵਿਹੂਣੀਆਂ ਨੇ, ਅਗਿਆਨੀ ਨੇ। ਅਗਿਆਨ ਮਤੀ ਅੰਧੇਰ ਹੈ, ਅੰਧੇਰ ਹੈ। ਜਿਨ੍ਹਾਂ ਦੇ ਅੰਦਰ ਅਗਿਆਨੀ ਮਤ ਹੁੰਦੀ ਹੈ, ਉਹ ਉਹਨਾਂ ਦੇ ਕੁੱਪ ਹਨੇਰਾ ਹੁੰਦਾ ਹੈ, ਉਹਨਾਂ ਦੇ ਅੰਦਰ ਕੁੱਪ ਹਨੇਰਾ ਹੁੰਦਾ। ਕਿਉਂ? ਅਗਿਆਨਤਾ ਹਨੇਰੇ ਨੂੰ ਕਹਿੰਦੇ ਨੇ, ਗਿਆਨ ਚਾਨਣ ਹੁੰਦਾ, ਅਗਿਆਨ ਹਨੇਰਾ ਹੁੰਦਾ। ਬਿਨ ਫਿਰ ਦੇਖੇ ਭੁੱਖ ਨਾ ਜਾਏ। ਹੁਣ ਅੰਦਰ ਚਾਨਣ ਹੋਵੇ ਤਾਂ ਅੰਦਰ ਵਸਦਾ ਪਤੀ ਪ੍ਰਭੂ ਦਿਸੇ, ਅੰਦਰ ਦੇ ਹਨੇਰਾ ਹੈ,
ਉਹਨਾਂ ਨੂੰ ਪ੍ਰਭੂ ਪਤੀ ਦਿਸਦੇ ਨਹੀਂ ਹੈ, ਦਿਸਦੇ ਨਹੀਂ। ਇਸ ਕਰਕੇ ਬਿਨ ਫਿਰ ਦੇਖੇ ਭੁੱਖ ਨਾ ਜਾਏ। ਪ੍ਰਭੂ ਪਤੀ ਤੋਂ ਨੂੰ ਦੇਖੇ ਬਿਨਾਂ ਉਹਨਾਂ ਦੀ ਮਾਨਸਿਕ ਭੁੱਖ ਨਹੀਂ ਲੈਂਦੀ, ਉਹ ਭੁੱਖੇ ਹੀ ਰਹਿ ਜਾਂਦੇ ਨੇ। ਇਸ ਲਈ ਕਹਿੰਦੇ ਆਵੋ ਮਿਲੋ ਸਹੇਲੀਓ, ਮੈਂ ਫਿਰ ਦੇਹੋ ਮਿਲਾਏ। ਹੇ ਸਤ ਸੰਗੀਓ, ਆ ਕੇ ਮੈਨੂੰ ਮਿਲੋ ਅਤੇ ਮੈਨੂੰ ਮੇਰਾ ਪ੍ਰਭੂ ਪਤੀ ਮੈਨੂੰ ਮਿਲਾ ਦਿਓ, ਕਿਉਂਕਿ ਸਤ ਸੰਗੀਆਂ ਨਹੀਂ ਮਿਲਾਉਣਾ ਨਾ, ਕਹਿੰਦੇ ਮੈਨੂੰ ਮਿਲਾ ਦਿਓ। ਪੂਰੇ ਭਾਗ ਸਤਿਗੁਰ ਮਿਲੇ। ਗੁਰੂ ਵੀ ਪੂਰੇ ਭਾਗਾਂ ਨਾਲ ਮਿਲਦਾ ਹੈ, ਬਦ ਕਿਸਮਤ ਨੂੰ ਗੁਰੂ ਵੀ ਨਹੀਂ ਮਿਲਦਾ ਹੈ। ਵੱਡੇ ਭਾਗ ਹੋਣ ਤਾਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਪਾਇਆ ਸੱਚ ਸਮਾਏ। ਜਦੋਂ ਫਿਰ ਵੱਡੇ ਭਾਗਾਂ ਨਾਲ ਗੁਰੂ ਮਿਲੇਗਾ, ਮਨੁੱਖ ਫਿਰ ਪਰਮਾਤਮਾ ਪਤੀ ਨੂੰ ਪਾ ਲੈਂਦਾ ਸੱਚ ਸਮਾਏ, ਅਤੇ ਫਿਰ ਇਹ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਅੱਗੇ ਕਹਿੰਦੇ ਸੇ ਸਹੀਆਂ ਸੁਹਾਗਣੀ, ਜਿਨ ਕੋ ਨਦਰ ਕਰੇ, ਖਸਮ ਪਛਾਣੈ ਆਪਣਾ, ਤਨ ਮਨ ਆਗੈ ਦੇ, ਘਰ ਵਰ ਪਾਇਆ ਆਪਣਾ, ਹਉਮੈ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ, ਅਣ ਦਿਨ ਭਗਤ ਕਰੇ। ਸੁਹਾਗਣੀ ਇਹ ਵੀ ਬਿੰਦੀ ਨਾਲ ਪੜ੍ਹਨਾ। ਹਾਂ, ਉਹਨਾਂ ਨੇ ਬੈਰੀ ਬਿੰਦੇ ਸੋਭਾਵੰਤੀਆਂ ਨਾ ਬਹੁਵਚਨ, ਇਸ ਲਈ ਸੁਹਾਗਣਾ ਹਨ। ਸੇ ਸਈਆਂ ਸੁਹਾਗਣੀ, ਉਹ ਸਤ ਸੰਗੀ, ਉਹ ਸਹੇਲੀਆਂ ਸੁਹਾਗਣਾ ਹਨ। ਕੌਣ? ਜਿਨ ਕੋ ਨਜ਼ਰ ਕਰੇ, ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਕਿਉਂਕਿ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਜ਼ਰੂਰੀ ਹੈ। ਨਿਰੀ ਭਜਨ ਬੰਦਗੀ ਨਾਲ ਨਹੀਂ ਗੱਲ ਬਣੇਗੀ ਜਿੰਨਾ ਚਿਰ ਉਹ ਨਹੀਂ ਕਿਰਪਾ ਕਰਦਾ। ਉਹ ਕਿਰਪਾ ਕਰੇਗਾ ਤਾਂ। ਇਸ ਲਈ ਕਹਿੰਦੇ ਸੇ ਸਈਆਂ ਸੁਹਾਗਣੀ, ਜਿਨ ਕੋ ਨਜ਼ਰ ਕਰੇ, ਖਸਮ ਪਛਾਣੈ ਆਪਣਾ। ਫਿਰ ਆਪਣੇ ਪ੍ਰਭੂ ਪਤੀ ਨੂੰ ਪਹਿਚਾਣ ਲੈਂਦੀਆਂ ਹਨ। ਤਨ ਮਨ ਆਗੇ ਦੇ, ਅਤੇ ਆਪਣਾ ਤਨ ਮਨ ਉਹਨਾਂ ਨੂੰ ਅਰਪਣ ਕਰ ਦਿੰਦੀਆਂ। ਘਰ ਵਰ ਪਾਇਆ ਆਪਣਾ, ਫਿਰ ਉਹਨਾਂ ਜਿਹੜਾ ਵਰ ਹੈ ਪ੍ਰਭੂ ਪਤੀ ਹੈ, ਆਪਣੇ ਘਰ ਵਿੱਚ ਹੀ ਮਿਲ ਜਾਂਦਾ ਹੈ, ਭਾਵ ਆਪਣੇ ਅੰਦਰ ਹੀ ਮਿਲ ਜਾਂਦਾ ਹੈ। ਹਉਮੈ ਦੂਰ ਕਰੇ, ਜੋ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ। ਨਾਨਕ ਸੋਭਾਵੰਤੀਆਂ ਸੁਹਾਗਣੀ, ਅਣ ਦਿਨ ਭਗਤ ਕਰੇ। ਜਿਹੜੀਆਂ ਸੋਭਾਵੰਤੀਆਂ ਹਨ, ਜਿਨ੍ਹਾਂ 'ਚ ਗੁਣ ਹਨ, ਉਹ ਸੁਹਾਗਣਾ ਨੇ। ਉਹ ਦਿਨ ਰਾਤ ਭਗਤੀ ਕਰਦੀਆਂ, ਦਿਨ ਰਾਤ ਭਗਤੀ ਕਰਨ ਕਰਕੇ ਉਹ ਸੋਭਾਵੰਤੀਆਂ ਹੋ ਜਾਂਦੇ ਨੇ, ਉਹ ਫਿਰ ਸੁਹਾਗਣਾ ਹੋ ਜਾਂਦੀਆਂ। ਸ਼੍ਰੀ ਰਾਗ ਮਹਿਲਾ ਤੀਜਾ। ਇੱਕ ਪਿਰ ਰਾਮੈ ਆਪਣਾ, ਹੋਂ ਕੈ ਦਰ ਪੂਛੋਂ ਜਾਏ। ਸਤਿਗੁਰ ਸੇਵੀ ਭਾਉ ਕਰ, ਮੈਂ ਪਿਰ ਦੇਹੋ ਮਿਲਾਏ। ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ। ਜਿਨ ਪਿਰ ਸੰਗੇ ਜਾਣਿਆ, ਪਿਰ ਰਾਵੇ ਸਦਾ ਹਦੂਰ। ਇੱਕ ਦਾ ਮਤਲਬ ਕਈ। ਇੱਕ ਸ਼ਬਦ ਹੈ ਇੱਕ, ਈੜੀ ਨਸੈਰੀ ਕੱਕਾ ਇੱਕ, ਇੱਕ ਵਚਨ ਇਸਤਰੀ ਲਿੰਗ। ਇੱਕ ਹੈ ਈੜੀ ਨਸੈਰੀ ਕੱਕੇ ਨੂੰ ਔਂਕੜ ਇੱਕ, ਇੱਕ ਵਚਨ ਪੁਲਿੰਗ। ਈੜੀ ਨਸਿਹਾਰੀ ਕੱਕੇ ਨਸਿਹਾਰੀ ਇੱਕ, ਇਹ ਹੈ ਬਹੁਵਚਨ। ਇੱਥੇ ਇੱਕ ਦਾ ਮਤਲਬ ਕਈ। ਇੱਕ ਪਿਰ ਰਾਮੈ ਆਪਣਾ, ਕਈ ਤੇ ਆਪਣੇ ਪ੍ਰਭੂ ਪਤੀ ਦੇ ਪਿਆਰ ਨੂੰ ਮਾਣਦੀਆਂ ਹਨ। ਹੋਂ ਕੈ ਦਰ ਪੁੱਛੋਂ ਜਾਏ, ਮੈਂ ਕਿਹਦੇ ਦਰ 'ਤੇ ਪੁੱਛਾਂ ਜਾ ਕੇ ਵੀ ਮੈਨੂੰ ਵੀ ਮੇਰਾ ਪ੍ਰਭੂ ਪਤੀ ਪਿਆਰ ਕਰੇ। ਮੈਂ ਕਿਹਦੇ ਦਰ 'ਤੇ ਜਾ ਕੇ ਪੁੱਛਾਂ? ਫਿਰ ਆਪ ਹੀ ਜਵਾਬ ਹੈ, ਸਤਿਗੁਰ ਸੇਵੀ ਭਾਉ ਕਰ, ਮੈਂ ਫਿਰ ਦੇਹੋ ਮਿਲਾਏ। ਮੈਂ ਗੁਰੂ ਦੀ ਪਿਆਰ ਸਹਿਤ, ਭਾਉ ਪਿਆਰ ਸਹਿਤ, ਮੈਂ ਗੁਰੂ ਦੀ ਪਿਆਰ ਸਹਿਤ ਸੇਵਾ ਕਰਦੀ ਹਾਂ। ਅਤੇ ਉਹਨੂੰ ਕਹਾਂਗੇ ਮੈਨੂੰ ਪਰਮਾਤਮਾ ਨਾਲ ਮਿਲਾ ਦਿਓ।
ਸੇਵਾ ਕਰਨੀ ਗੁਰੂ ਦੀ, ਤਾਂ ਪਰਮਾਤਮਾ ਨਾਲ ਮੇਲ ਹੋਏਗਾ। ਅਸਲ ਸੇਵਾ ਹੁੰਦੀ ਹੁਕਮ ਮੰਨਣਾ। ਅਸਲ ਗੁਰੂ ਦੀ ਸੇਵਾ ਹੁਕਮ ਮੰਨਣਾ। ਜਿਵੇਂ ਬਾਣੀ ਕਹਿੰਦੇ ਉਵੇਂ ਕਰਨਾ। ਫਿਰ ਗੁਰੂ ਵਾਰ ਕਿਰਪਾ ਦ੍ਰਿਸ਼ਟੀ ਕਰਕੇ ਪਰਮਾਤਮਾ ਨੇ ਜੀਵ ਨੂੰ ਮਿਲਾਉਂਦੇ ਨੇ। ਸਭ ਉਪਾਏ ਆਪੇ ਵੇਖੈ, ਕਿਸ ਨੇੜੇ ਕਿਸ ਦੂਰ। ਸਭ ਹਰ ਇੱਕ ਨੂੰ, ਭੱਬੇ ਨੂੰ ਕਲਾਤਾ, ਹਰ ਇੱਕ ਨੂੰ ਉਪਾਏ, ਹਰ ਇੱਕ ਨੂੰ ਪਰਮਾਤਮਾ ਪੈਦਾ ਕਰਦਾ, ਆਪੇ ਵੇਖੈ, ਹਰ ਇੱਕ ਨੂੰ ਆਪ ਹੀ ਵੇਖ ਰਿਹਾ ਹੈ। ਕਿਸ ਨੇੜੇ ਕਿਸ ਦੂਰ, ਕਿਸੇ ਲਈ ਉਹ ਨੇੜੇ ਹੈ, ਕਿਸੇ ਲਈ ਉਹ ਦੂਰ ਹੈ। ਜਿਨ ਪਿਰ ਸੰਗੇ ਜਾਣਿਆ, ਤੇ ਜਿਸ ਨੇ ਨੰਨਣ ਸਿਹਾਰੀ ਲਾ ਕੇ ਇੱਕ ਵਚਨ ਬਣਾਤਾ, ਜਿਨ ਪਿਰ ਸੰਗੇ ਜਾਣਿਆ, ਜਿਸ ਨੇ ਪ੍ਰਭੂ ਪਤੀ ਨੂੰ ਨਾਲ ਜਾਣ ਲਿਆ ਵੀ ਮੇਰਾ ਪਤੀ ਮੇਰਾ ਪ੍ਰਭੂ ਦੇ ਨਾਲ ਹੀ ਵਸਦਾ, ਫਿਰ ਰਾਵੇ ਸਦਾ ਹਜ਼ੂਰ। ਫਿਰ ਪਰਮਾਤਮਾ ਹਾਜ਼ਰ ਨਾਜ਼ਰ ਹੋ ਕੇ ਉਹਨੂੰ ਪਿਆਰ ਕਰਦਾ ਹੈ, ਕਿਉਂਕਿ ਉਹਨੇ ਜਾਣ ਲਿਆ ਕਿ ਮੇਰਾ ਪਤੀ ਤਾਂ ਮੇਰੇ ਨਾਲ ਹੀ ਹੈ। ਮੁੰਦੇ ਤੂੰ ਚੱਲ ਗੁਰ ਕੈ ਭਾਏ, ਅਣ ਦਿਨ ਰਾਵੇਂ ਫਿਰ ਆਪਣਾ, ਸਹਜੇ ਸੱਚ ਸਮਾਏ ਰਹਾਉ। ਸ਼ਬਦ ਰਤੀਆਂ ਸੁਹਾਗਣੀ, ਸੱਚੇ ਸ਼ਬਦ ਸ਼ਿੰਗਾਰ। ਹਰ ਵਾਰ ਪਾਇਨ ਘਰ ਆਪਣੇ, ਗੁਰ ਕੈ ਹੇਤ ਪਿਆਰ। ਸੇਜ ਸੁਹਾਵੇ ਹਰ ਰੰਗ ਰਵੈ, ਭਗਤ ਭਰੇ ਭੰਡਾਰ। ਸੋ ਪ੍ਰਭ ਪ੍ਰੀਤਮ ਮਨ ਵਸੈ, ਸਭ ਸਹਿ ਦੇ ਆਧਾਰ। ਮੁੰਦੇ ਹੇ ਜੀਵ ਇਸਤਰੀ, ਤੂੰ ਚੱਲ ਗੁਰ ਕੈ ਭਾਏ, ਭਾਏ ਮੈਨੇ ਮਰਜ਼ੀ। ਹੇ ਜੀਵ ਇਸਤਰੀਏ, ਤੂੰ ਗੁਰੂ ਦੀ ਮਰਜ਼ੀ ਅਨੁਸਾਰ ਚੱਲ। ਤੁਸੀਂ ਬੱਚੇ ਨੂੰ ਕਹਿ ਕਰ, ਉਹ ਆਪਣੀ ਮਰਜ਼ੀ ਕਰਦਾ, ਗੱਲ ਨਾ ਫਿਰ ਤੁਹਾਡੀ ਖੁਸ਼ੀ ਤਾਂ ਨਾ ਹੋਈ। ਬੱਚਾ ਰੌਲਾ ਪਾ ਰਿਹਾ, ਉਹ ਕਾਕਾ ਚੁੱਪ ਕਰੋ, ਉਹ ਪਾਈ ਹੋਈ ਜਾ ਰਿਹਾ। ਉਹ ਤੁਹਾਡੇ ਅੱਖ ਹੀ ਨਹੀਂ ਲੱਗਦਾ, ਤੁਹਾਡੀ ਮਰਜ਼ੀ ਅਨੁਸਾਰ ਹੀ ਨਹੀਂ ਚੱਲਦਾ, ਤੁਹਾਡੀ ਉਸ 'ਤੇ ਖੁਸ਼ੀ ਨਹੀਂ ਹੈ। ਇਹ ਮਨੁੱਖ ਗੁਰੂ ਦੇ ਆਖੇ ਨਹੀਂ ਲੱਗਦਾ, ਆਪਣੀ ਮਰਜ਼ੀ ਕਰਦਾ, ਇਸ ਲਈ ਖੁਸ਼ੀ ਨਹੀਂ ਹੁੰਦੀ, ਇਸ ਲਈ ਖੁਸ਼ੀ ਨਹੀਂ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਹੇ ਜੀਵ ਇਸਤਰੀਏ ਤੂੰ ਗੁਰੂ ਦੀ ਮਰਜ਼ੀ ਅਨੁਸਾਰ ਚੱਲ। ਫਿਰ ਕੀ ਹੋਏਗਾ? ਅਣ ਦਿਨ ਰਾਮੈ ਫਿਰ ਆਪਣਾ, ਤੂੰ ਦਿਨ ਰਾਤ ਆਪਣੇ ਪ੍ਰਭੂ ਪਤੀ ਨੂੰ ਪਿਆਰ ਕਰੇਂਗੀ। ਸਹਿਜੇ ਸੱਚ ਸਮਾਏ, ਅਤੇ ਤੂੰ ਸਹਿਜੇ ਹੀ ਪਰਮਾਤਮਾ ਦੇ ਵਿੱਚ, ਸੱਚ ਦੇ ਵਿੱਚ ਲੀਨ ਹੋ ਜਾਏਂਗੀ। ਸ਼ਬਦ ਰਤੀਆਂ ਸੁਹਾਗਣੀ, ਜਿਹੜੀਆਂ ਨਾਮ ਨਾਲ ਰੰਗੀਆਂ ਗਈਆਂ ਨੇ ਉਹ ਸੁਹਾਗਣਾ ਨੇ। ਸੱਚੇ ਸ਼ਬਦ ਸ਼ਿੰਗਾਰ, ਉਹ ਸ਼ਿੰਗਾਰ ਕਾਹਦਾ ਕਰਦੀਆਂ? ਸੋਨੇ ਚਾਂਦੀ ਦਾ ਨਹੀਂ, ਸੱਚੇ ਸ਼ਬਦ ਪਰਮਾਤਮਾ ਦੇ ਨਾਮ ਦਾ ਉਹ ਸ਼ਿੰਗਾਰ ਕਰਦੀਆਂ ਨੇ ਅਤੇ ਨਾਮ ਨਾਲ ਰੰਗੀਆਂ ਗਈਆਂ ਹਨ, ਇਸ ਲਈ ਉਹ ਸੁਹਾਗਣਾ ਨੇ। ਉਹ ਸੁਹਾਗਣਾ ਨੇ। ਹਾਂ, ਇਸ ਲਈ ਆਮ ਤੌਰ 'ਤੇ ਜਦੋਂ ਅੰਮ੍ਰਿਤ ਛਕਾਉਂਦੇ ਨੇ ਸਾਰੇ ਗਹਿਣੇ ਲੁਹਾਉਂਦੇ ਨੇ, ਉਹਨਾਂ ਨੂੰ ਪਤਾ ਪਾ ਤੇ ਇਹਨਾਂ ਦੁਬਾਰਾ ਲੈਣੇ ਨੇ, ਪਰ ਇੱਕ ਵਾਰੀ ਲੁਹਾਉਂਦੇ, ਜਿੰਨਾ ਅੰਮ੍ਰਿਤ ਛਕਿਆ ਲੁਹਾਉਂਦੇ ਨੇ ਕਿ ਨਹੀਂ ਵੀ ਨਹੀਂ ਪਾਉਣੇ। ਉਹਦਾ ਮਤਲਬ ਹੈ ਗਹਿਣੇ ਨਹੀਂ ਪਾਉਣੇ। ਇਸ ਲਈ ਉਹਨੇ ਕਿਹਾ ਵੀ ਕੋਈ ਸਿੱਖ ਬੀਬੀ ਨਾ ਕੰਨ 'ਚ ਮੋਰੀ ਕਰੇਗੀ ਨਾ ਨੱਕ 'ਚ ਮੋਰੀ ਕਰੇਗੀ, ਕਿਉਂਕਿ ਸਰੀਰ ਸਾਬਤ ਨਹੀਂ ਰਿਹਾ, ਮੋਰੀਆਂ ਹੋ ਗਈਆਂ। ਸਾਬਤ ਰੱਖਣਾ, ਨੱਕ 'ਚ ਮੋਰੀ ਨਹੀਂ ਕਰਨੀ, ਕੰਨ 'ਚ ਮੋਰੀ ਨਹੀਂ ਕਰਨੀ, ਪਰ ਉਹ ਸਭ ਕੁਝ ਚੱਲਦਾ। ਉਹ ਕਹੇ ਸਾਡੇ ਤਾਂ ਪਹਿਲੇ ਹੀ ਮੋਰੀ ਹੈ ਜੀ, ਅੰਮ੍ਰਿਤ ਛਕਣ ਤੋਂ ਪਹਿਲੇ ਹੀ। ਇਸ ਲਈ ਉਹ ਬਹੁਤਾ ਨਹੀਂ ਕਹਿੰਦੇ ਵੀ ਚਲੋ ਜਿੰਨਾ ਗਹਿਣੇ ਪਾਉਣੇ ਭੱਜੋ, ਅਸੀਂ ਤਾਂ ਅੰਮ੍ਰਿਤ ਛਕਾਉਂਦੇ। ਉਹਨੂੰ ਪਤਾ ਐ ਫਿਰ ਕਿਸੇ ਛਕਣਾ ਹੀ ਨਹੀਂ ਹੈ, ਵੀ ਚੱਲ ਕੋਈ ਨਹੀਂ, ਉਹਨਾਂ ਵੀ ਤਾਂ ਆਪਣੀ ਗਿਣਤੀ ਵਧਾਉਣੀ ਨਾ, ਕੀ ਕਰਨਾ। ਜੋ ਪਹਿਲਾਂ ਹੀ ਕਹਿਣਗੇ ਦੇਖੋ ਭਾਈ ਆਹ ਚਾਰ ਕੁਰੈਤਾਂ ਅਸੀਂ ਤੁਹਾਨੂੰ ਦੱਸਣੀਆਂ, ਇਹ ਚਾਰੇ ਕੰਮ ਨਹੀਂ ਕਰਨੇ,
ਜੇ ਤੁਸੀਂ ਤਿਆਰ ਹੋ ਤਾਂ ਅੰਮ੍ਰਿਤ ਛਕਿਓ, ਨਹੀਂ ਤਾਂ ਕੋਈ ਲੋੜ ਨਹੀਂ ਹੈ ਕਿ ਆਪਣਾ ਉਂਝ ਕਰੀ ਭਜਨ ਬੰਦਗੀ ਕਰੀ ਜਾਓ। ਇਸ ਲਈ ਪਹਿਲੇ ਹੀ ਦੱਸ ਦੇਣਾ ਚਾਹੀਦਾ ਕਿ ਆਹ ਕੁਛ ਕਰਨਾ ਪਏਗਾ। ਗਹਿਣੇ ਨਹੀਂ ਪਾਉਣੇ, ਫਿਰ ਜੇ ਮਨਜ਼ੂਰ ਹੈ ਅੰਮ੍ਰਿਤ ਛਕੋ, ਨਹੀਂ ਤਾਂ ਜਾ ਸਕਦੇ ਹੋ। ਕੋਈ ਨਸ਼ਾ ਨਹੀਂ ਕਰਨਾ, ਜੇ ਕਰਨਾ ਤਾਂ ਕੋਈ ਅੰਮ੍ਰਿਤ ਛਕਣ ਦੇ ਜਾਓ। ਇਹ ਵਾਲ ਕਿਤੋਂ ਵੀ ਸਰੀਰ ਦੇ ਨਹੀਂ ਕੱਟਣੇ, ਜੇ ਭਾਈ ਕੱਟਣੇ ਨੇ ਤਾਂ ਫਿਰ ਜਾਓ, ਅੰਮ੍ਰਿਤ ਛਕਣ ਦੀ ਲੋੜ ਨਹੀਂ। ਪਹਿਲਾਂ ਹੀ ਦੱਸ ਦਿਓ ਅਗਲੇ ਨੂੰ ਬਈ ਤੁਹਾਡੀ ਮਰਜ਼ੀ ਹੈ, ਆਓ ਨਾ ਆਓ। ਕੋਈ ਡੰਡਾ ਲੈ ਕੇ ਨਹੀਂ ਤੁਹਾਡੇ ਮਗਰ ਪਿਆ ਵੀ ਜ਼ਰੂਰ ਅੰਮ੍ਰਿਤ ਛਕੋ ਜੀ। ਮਨ ਮੰਨਦਾ ਛਕ ਲਓ, ਅਤੇ ਜੇ ਮੁੜ ਕੇ ਤੁਸੀਂ ਉਹ ਆਪਣੀ ਮਰਜ਼ੀ ਕਰਨੀ ਹੈ ਤਾਂ ਫਿਰ ਕਿਆ ਫਾਇਦਾ ਬਈ। ਇਹ ਨਾ ਜਿਸ ਗੁਰੂ ਨੇ ਮਨ੍ਹਾ ਕੀਤਾ, ਅਸੀਂ ਉਹਦੇ ਚੇਲੇ ਬਣ ਕੇ ਵੀ ਫਿਰ ਉਹਦੀ ਗੱਲ ਨਹੀਂ ਮੰਨਦੇ। ਸੋ ਬੜਾ ਔਖਾ ਹੈ। ਜਨ ਨਾਨਕ ਖੇਲ ਕਠਨ ਹੈ, ਇਹ ਸੌਖਾ ਨਹੀਂ ਹੈ, ਸੱਚੀ ਗੱਲ ਹੈ। ਬੜਾ ਕੁਛ ਛੱਡਣਾ ਪੈਂਦਾ, ਬੜਾ ਕੁਛ ਛੱਡਣਾ ਪੈਂਦਾ। ਚਲੋ ਖੈਰ, ਗੁਰੂ ਮਹਾਰਾਜ ਕਹਿੰਦੇ ਹਰ ਵਾਰ ਪਾਇਨ ਘਰ ਆਪਣੇ, ਗੁਰ ਕੈ ਹੇਤ ਪਿਆਰ। ਗੁਰੂ ਦੇ ਪਿਆਰ ਰਾਹੀਂ ਉਹ ਹਰੀ ਜਿਹੜਾ ਵਰ ਹੈ, ਪਤੀ ਹੈ, ਉਹਨੂੰ ਆਪਣੇ ਘਰ ਵਿੱਚ ਹੀ ਪਾ ਲੈਂਦੀਆਂ ਹਨ, ਆਪਣੇ ਹਿਰਦੇ 'ਚ ਹੀ ਉਹਨੂੰ ਪਾ ਲੈਂਦੀਆਂ ਹਨ। ਸੇਜ ਸੁਹਾਵੀ ਹਰ ਰੰਗ ਰਵੈ, ਭਗਤ ਭਰੇ ਭੰਡਾਰ। ਕਿਉਂਕਿ ਹਰ ਰੰਗ ਰਵੈ, ਪਰਮਾਤਮਾ ਪਿਆਰ ਨਾਲ ਉਹਨਾਂ ਨੂੰ ਮਾਣਦਾ ਹੈ, ਇਸ ਲਈ ਉਹਦੀ ਸੇਜਾ ਸੁਹਾਵਣੀ ਹੋ ਜਾਂਦੀ ਹੈ। ਪਤੀ ਮੰਨ ਲਓ ਮੰਜੀ 'ਤੇ ਪਿਆ, ਪਰ ਆਪਣੀ ਘਰ ਨੂੰ ਪਿਆਰ ਹੀ ਨਹੀਂ ਕਰਦਾ, ਉਹ ਜੈਸਾ ਪਿਆ ਜੈਸਾ ਨਾ ਪਿਆ। ਪਰਮਾਤਮਾ ਫਿਰ ਪਿਆਰ ਕਰਦਾ ਜੀਵਤਾਂ ਨੂੰ, ਇਸ ਲਈ ਫਿਰ ਉਹ ਭਗਤੀ ਦੇ ਭੰਡਾਰ ਭਰ ਦਿੰਦਾ ਉਸ 'ਤੇ। ਸੋ ਪ੍ਰਭ ਪ੍ਰੀਤਮ ਮਨ ਵਸੈ, ਜੇ ਸਭ ਸੈ ਦੇ ਆਧਾਰ। ਉਹ ਪਰਮਾਤਮਾ ਜਿਹੜਾ ਸਾਰਿਆਂ ਨੂੰ ਓਟ ਆਸਰਾ ਦਿੰਦਾ ਹੈ, ਉਹ ਪਿਆਰਾ ਪਰਮਾਤਮਾ ਫਿਰ ਮਨ ਦੇ ਵਿੱਚ ਵਸ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।